ਪੰਜਾਬ ਦੇ ਵਿੱਚ ਜਿਵੇਂ ਦੇ ਪ੍ਰਬੰਧ ਕੀਤੇ ਗਏ, ਪਟਿਆਲਾ ਦੇ ਵਿੱਚ ਇਹਤਿਆਤ ਜਿਵੇਂ ਕਹਿੰਦੇ ਨੇ ਕਿ ਕਈ ਵਰਤੇ ਵੀ ਗਏ, ਡੀਸੀ ਸਾਹਿਬ ਐਸਐਸਪੀ ਸਾਹਿਬ ਪ੍ਰਬੰਧ ਕਰਦੇ ਰਹੇ ਨੇ, ਪਰ 60 ਤੋਂ ਵੱਧ ਕੇਸਾਂ ਦੀ ਗਿਣਤੀ ਹੋ ਜਾਣਾ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਖੜਾ ਹੁੰਦਾ ਕਿ ਕਮੀਆਂ ਕਿੱਥੇ ਰਹਿ ਗਈ। ਜਿਹੜੀ ਮੰਡੀਰ ਕਿਸਮ ਦੀ ਲੋਕ ਹੈਗੇ ਜਿਨ੍ਹਾਂ ਦਾ ਕੋਈ ਕੰਮ ਨਹੀਂ ਹੈਗਾ, ਸੜਕਾਂ ਤੇ ਤੁਰੇ ਫਿਰਦੇ ਆ। ਅੱਜ ਕੱਲ ਪੁਲਿਸ ਕਰਮਚਾਰੀਆਂ ਦੇ ਸੁਭਾਅ ਦੇ ਵਿੱਚ ਬਦਲਾਅ ਆਇਆ, ਬਿਲਕੁਲ, ਪਰ ਇਹ ਸਾਡੇ ਲੋਕ ਹੈ ਜਿਹੜੇ ਇਸ ਗੱਲ ਨੂੰ ਨਹੀਂ ਸਮਝਦੇ ਕਿ ਕੁਝ ਜਿਹੜੇ ਸੱਟੇ ਲਾਉਣ ਵਾਲੇ ਸੀ, ਲਾਟਰੀਆਂ ਲਾਉਣ ਵਾਲੇ ਸੀ, ਉਹਨਾਂ ਨੇ ਕੋਈ ਪਾਰਟੀ ਰੱਖੀ, ਉਹਦੇ ਵਿੱਚ ਹੁੱਕਾ ਜਿਹੜੀ ਵਾਰ ਹੈ ਉਹ ਇਕੱਠਿਆਂ ਨੇ ਬੈਠ ਕੇ ਪੀਤਾ, ਉਹਦੀਆਂ ਫੋਟੋਆਂ ਵੀ ਵਾਇਰਲ ਹੋਈਆਂ ਨੇ। ਇਹ ਜਿਹੜੇ ਨਾ ਕਰੋਨਾ ਇਹ ਲੋਕਾਂ ਦਾ ਪਾਪ ਕੀਤਾ ਘੜਾ ਫੁੱਟਿਆ ਆ। ਪਟਿਆਲੇ ਦੇ ਸੀਨੀਅਰ ਡਿਪਟੀ ਮੇਅਰ ਦੇ ਉੱਤੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਆ ਕਿ ਭਾਵੇਂ ਉਹਨਾਂ ਦੀ ਜਿਹੜੀ ਰਿਪੋਰਟ ਨੈਗੇਟਿਵ ਸੀ, ਪਰ ਸਿਹਤ ਵਿਭਾਗ ਨੇ ਉਹਨਾਂ ਨੂੰ ਮਸ਼ਵਰਾ ਦਿੱਤਾ ਸੀ ਕਿ ਤੁਸੀਂ 14-15 ਦਿਨ ਜਿਹੜਾ ਹੈਗਾ ਇਕਾਂਤਵਾਸ 'ਚ ਰਹੋ। ਉਹਨਾਂ ਦਾ ਇਕਾਂਤਵਾਸ 29 ਤਰੀਕ ਨੂੰ ਖਤਮ ਹੋਣਾ ਸੀ, ਉਹ 2 ਦਿਨ ਪਹਿਲਾਂ ਹੀ ਜਿਹੜਾ ਹੈਗਾ ਰਾਸ਼ਨ ਵੰਡਣ ਲੱਗ ਗਏ। ਕਰੋਨਾ ਨੇ ਤਾਂ ਜਿਹੜਾ ਸਾਨੂੰ ਮਤਲਬ ਵਕਤ ਪਾਇਆ ਹੋਇਆ ਹੀ ਆ। ਬਾਕੀ ਆ ਪੰਜਾਬ ਦੇ ਲੀਡਰਾਂ ਨੇ ਕਿੱਦਾਂ ਪਾਇਆ ਹੋਇਆ। ਸਿਮਰਤ ਦਾ ਕੋਈ ਹੋਰ ਬਿਆਨ ਆਈ ਜਾਂਦਾ, ਕੈਪਟਨ ਦਾ ਕੋਈ ਹੋਰ ਬਿਆਨ ਆਈ ਜਾਂਦਾ। ਹਰ ਸਿਮਰਤ ਫਸਲ ਗਈ ਜਾਂਦੀ ਆ, ਨੋਟਾਂ ਦੇ ਲੱਦੇ ਟਰੱਕ ਆ ਗਏ। ਕੈਪਟਨ ਕਹਿੰਦਾ ਚੁੰਗੀ ਵਾਲਿਆਂ ਨੇ ਰਾਹ 'ਚ ਰੋਕ ਲਏ। ਇਹ ਆਪਸ ਵਿੱਚ ਕੀ ਕੁਛ ਕਰੀ ਜਾਂਦੇ ਨੇ। ਕੱਲ ਮੈਂ ਰਾਤ ਨਿਤਨ ਗਡਕਰੀ ਸਾਹਿਬ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਵੀ ਸਾਡੇ ਕੋਲੇ ਅਨਾਜ ਦੀ ਕੋਈ ਕਮੀ ਨਹੀਂ, ਬਿਲਕੁਲ ਸਾਡੇ ਕੋਲੇ ਨਹੀਂ। ਉਹ ਉਹਨਾਂ ਦੇ ਆਪ ਦੇ ਮੂੰਹੋਂ ਨਿਕਲ ਗਿਆ ਕਿ ਅਨਾਜ ਤਾਂ ਸਾਡੇ ਕੋਲੇ ਸੜ ਰਿਹਾ ਹੈ। ਅਸੀਂ ਤਾਂ ਲੋਕਾਂ ਨੂੰ ਮੁਕਤਖੋਰੀ ਵਾਲੇ ਪਾਸੇ ਤੋਰਿਆ, ਦੇ ਦਿਓ ਜੀ ਆਟਾ ਦਾਲ। ਸਿਹਤ ਤੇ ਸਿੱਖਿਆ ਵਾਲੇ ਪਾਸੇ ਅਸੀਂ ਬਜਟ ਨੂੰ ਕੀਤਾ ਹੀ ਕਰੋਗੇ। ਬਾਦਲ ਸਾਹਿਬ ਹੋਰਾਂ ਨੇ ਕੱਲ ਜਿਹੜੀ ਆਪਣੇ ਜਿਹੜੇ ਅਕਾਲੀ ਆਗੂਆਂ ਦੇ ਨਾਲ ਗੱਲਬਾਤ ਕੀਤੀ, ਉੱਥੇ ਇਹ ਗੱਲ ਕੀ ਕਿ ਕੇਂਦਰ ਤੇ ਸੂਬਾ ਜਿਹੜਾ ਕਣਕ ਤੇ ਬੋਨਸ ਦੇ ਦੇਣ। ਇਹ ਇੱਕ ਪਾਸੇ ਤਾਂ ਕਹਿੰਦੇ ਨੇ ਕਿ ਅਸੀਂ ਕੇਂਦਰ ਕੁਝ ਭੇਜ ਰਿਹਾ, ਕੇਂਦਰ ਟਰੱਕਾਂ ਦੇ ਟਰੱਕ ਨੋਟ ਭੇਜ ਰਿਹਾ। ਕੈਪਟਨ ਸਾਹਿਬ ਤੇ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਨੇ ਇਹ ਕੁਝ ਕਰ ਦਿੱਤਾ, ਲੋਕਾਂ ਤੱਕ ਰਾਸ਼ਨ ਨਹੀਂ ਦਿੱਤਾ, ਲੋਕਾਂ ਤੱਕ ਜਿਹੜੇ ਫੰਡ ਨਹੀਂ ਪਹੁੰਚੇ ਪੂਰੇ ਤਰੀਕੇ ਨਾਲ। ਦੂਜੇ ਪਾਸੇ ਇਹ ਆਪ ਕਿਉਂ ਨਹੀਂ ਕਹਿੰਦੇ ਵੀ ਅਸੀਂ ਕੇਂਦਰ ਤੋਂ ਬੋਨਸ ਲੈ ਕੇ ਆਏ ਆ? ਲੋ ਜੀ ਕੈਪਟਨ ਸਰਕਾਰ ਦਾ ਹੁਣ ਜਿਹੜੀ ਹਾਈਡਰੋਕਸੋਕਲੋਰੋਕਵੀਨ ਦਵਾਈ ਹੈ ਜਿਹੜੀ ਮਲੇਰੀਆ ਵਿੱਚ ਦਿੱਤੀ ਜਾਂਦੀ ਸੀ, ਵੱਡੀ ਪੱਧਰ ਤੇ ਅਮਰੀਕਾ ਨੇ ਭਾਰਤ ਤੋਂ ਮੰਗਾਈ ਹੈ। ਉਹਦੇ ਬਾਰੇ ਵੀ ਕਈ ਤਰ੍ਹਾਂ ਦੀਆਂ ਚਰਚਾ ਕਹਿ ਰਹੇ ਨੇ ਕਿ ਸ਼ਾਇਦ ਉਹ ਪੂਰੀ ਤਰ੍ਹਾਂ ਮਤਲਬ ਉਸ ਦਾ ਅਸਰ ਨਹੀਂ ਹੋ ਰਿਹਾ। ਜਿਹੜੀਆਂ ਵੀ ਦੁਕਾਨਾਂ ਖੁੱਲ੍ਹੀਆਂ ਜਾਣਗੀਆਂ ਉੱਥੇ ਵਿੱਚ ਜਿਹੜਾ ਸਮਾਜਿਕ ਦੂਰੀ ਆ ਉਹਦਾ ਪੂਰਾ ਖਿਆਲ ਰੱਖਿਆ ਜਾਵੇ। ਅਸੀਂ ਸਮਾਜਿਕ ਦੂਰੀ ਰੱਖਣ ਵਾਲੇ ਪਾਸੇ ਸੁਖਵਿੰਦਰ ਤੁਰਦੇ ਨਹੀਂ। ਪਹਿਲਾਂ ਮੈਨੂੰ ਇਹ ਦੱਸੋ ਵੀ ਜਿਹੜੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀ ਹਸਪਤਾਲਾਂ ਦੇ ਵਿੱਚ, ਐਡੀਆਂ ਲੰਬੀਆਂ ਬਾਰੀ ਨਹੀਂ ਆਉਂਦੀ ਸੀਗੀ, ਅੱਜ ਕੋਈ ਜਾਂਦਾ? ਹੁਣ ਇਹ ਗੱਲ ਜਿਹੜੀ ਹੈ ਇਹ ਸਾਡੀਆਂ ਇਹ ਪੋਲ ਖੋਲਦੀ ਹੈ। ਜੇ ਜੰਮੂ ਕਸ਼ਮੀਰ ਤੋਂ ਉੱਥੇ ਆਇਆ, ਉਹਦੀ ਬਾਰਡਰ ਦੇ ਉੱਤੇ ਜਾਂਚ ਕਿਉਂ ਨਾ ਕੀਤੀ? ਪਹਿਲੀਆਂ ਜਿਹੜੀ 10 ਬੱਸਾਂ ਦੀ ਚੱਲੀਆਂ ਨੇ ਉਹ ਮਹਾਰਾਸ਼ਟਰ ਸਰਕਾਰ ਨੇ ਭੇਜੀਆਂ। ਇਹਦੇ ਵਿੱਚ ਵੀ ਸਿਆਸਤ ਹੋ ਰਹੀ ਹੈ। ਇਹ ਸਾਡੇ ਮਤਲਬ ਜਿਹੜੇ ਬੀਬਾ ਜੀ ਨੇ ਉਹ ਕਹਿੰਦੇ ਵੀ ਮੈਂ ਕਰਾਇਆ। ਸਰਕਾਰਾਂ ਨੇ ਇਹ ਕਹਿਤਾ ਵੀ ਤੁਸੀਂ ਦੂਰੀ ਬਣਾ ਕੇ ਰੱਖੋ। ਜੇ ਅਸੀਂ ਦੂਰੀ ਨਹੀਂ ਬਣਾਉਂਦੇ ਤਾਂ ਮੱਛੜ ਪਾਉਂਦੇ ਤੁਰੇ ਫਿਰਦੇ ਆ ਸੜਕਾਂ ਦੇ ਉੱਤੇ, 4-4 ਮੋਟਰਸਾਈਕਲਾਂ ਤੇ ਚੜੇ, ਤੇ ਫਿਰ ਜੁੱਤੀ ਨਹੀਂ ਫਿਰੂਗੀ ਤਾਂ ਹੋਰ ਕੀ ਹੈ? ਜਿੱਥੇ ਤੱਕ ਜਾਂਚ ਜਾਣੀ ਚਾਹੀਦੀ ਹੈ ਉੱਥੇ ਤੱਕ ਜਾਂਦੀ ਨਹੀਂ। ਪਤਾ ਹੈ ਵੀ ਆਪਣੀਆਂ ਜੜ੍ਹਾਂ ਨੂੰ ਹੱਥ ਪੈਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਰੋਜ਼ਾਨਾ ਤੁਸੀਂ ਅਖਬਾਰਾਂ ਦੀਆਂ ਸੁਰਖੀਆਂ ਦੇ ਉੱਤੇ ਦੇਖਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੋਵਿਡ-19 ਨੂੰ ਲੈ ਕੇ ਦੇਸ਼ ਦੁਨੀਆ ਭਰ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ। ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਹੈ? ਇਸ ਵੇਲੇ ਦੁਕਾਨਾਂ ਖੁੱਲ੍ਹਣ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਸ਼ਸ਼ੋਪੰਜ ਬਣੀ ਹੋਈ ਹੈ ਕਿ ਪੰਜਾਬ ਦੇ ਵਿੱਚ ਦੁਕਾਨਾਂ ਵਗੈਰਾ ਮਾਲਸ ਕਦੋਂ ਖੁੱਲ੍ਹਣਗੇ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਮੁਸ਼ਕਲਾਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਲੰਗਰ ਸ੍ਰੀ ਹਰਿਮੰਦਰ ਸਾਹਿਬ ਚੱਲਦੇ ਸੀ ਗੁਰੂ ਰਾਮਦਾਸ ਲੰਗਰ ਵਿੱਚ, ਉੱਥੇ ਜਿਹੜੀ ਹੈ ਆਟੇ ਦੀ ਜਿਹੜੀ ਰਸਦ ਵਗੈਰਾ ਜੋ ਲੱਗਦਾ ਸੀ ਉਸ ਦੇ ਵਿੱਚ ਕਾਫੀ ਕਟੌਤੀ ਆਈ ਹੈ। ਉਸ ਉੱਤੇ ਵੀ ਅਸੀਂ ਚਰਚਾ ਕਰਾਂਗੇ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਜੀ। ਢਿੱਲੋਂ ਸਾਹਿਬ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਮਿਹਰਬਾਨੀ ਜੀ। ਢਿੱਲੋਂ ਸਾਹਿਬ, ਕਿਸ ਤਰ੍ਹਾਂ ਦੀ ਸਥਿਤੀ ਹੈ? ਸਭ ਤੋਂ ਪਹਿਲਾਂ ਦੱਸੋ ਕਿ ਕਰੋਨਾ ਵਾਇਰਸ ਨੂੰ ਲੈ ਕੇ ਦੇਸ਼ ਦੁਨੀਆ ਭਰ ਦੇ ਵਿੱਚ ਇਸ ਵੇਲੇ ਜਿਹੜੀ ਸਥਿਤੀ ਹੈ ਸੁਖਵਿੰਦਰ ਜੀ, ਉਹ ਅਜੇ ਵੀ ਲਗਾਤਾਰ ਕੇਸਾਂ ਦੇ ਵਿੱਚ ਵਾਧਾ ਹੋ ਰਿਹਾ ਹੈਗਾ। ਮਤਲਬ ਜੇ ਲਾਕਡਾਊਨ ਦੇ ਬਾਵਜੂਦ ਵੀ ਵਾਧਾ ਹੋ ਰਿਹਾ, ਅੰਕੜੇ ਜਿਹੜੇ ਹੁਣ ਤੱਕ ਦੇ ਆਪਣੇ ਕੋਲ ਨੇ, ਇਹ ਅੱਧੀ ਰਾਤ ਤੱਕ ਦੇ ਅੰਕੜੇ ਨੇ, ਬੀਤੀ ਰਾਤ ਦੇ, ਤਾਂ 28,64,000 ਜਿਹੜਾ ਹੈਗਾ ਕੁੱਲ ਵਿਸ਼ਵ ਪੱਧਰ ਦੇ ਉੱਤੇ ਹੁਣ ਤੱਕ ਕਰੋਨਾ ਤੋਂ ਪੀੜਤ ਜਿਹੜੇ ਮਰੀਜ਼ ਨੇ, ਪ੍ਰਭਾਵਿਤ ਨੇ ਜਿਹੜੇ, ਉਹ ਆ ਚੁੱਕੇ ਨੇ। ਮੌਤਾਂ ਦੀ ਗਿਣਤੀ 1,99,505 ਰਾਤ ਨੂੰ ਕੀਤੀ ਹੈ, ਭਾਵ 2 ਲੱਖ ਹੀ ਮੰਨ ਲਓ ਇਹਨੂੰ ਆਪਾਂ, ਤੇ 8,16,440 ਜਿਹੜੇ ਮਰੀਜ਼ ਨੇ ਉਹ ਠੀਕ ਵੀ ਹੋਏ ਨੇ। ਜੇ ਆਪਾਂ ਦੇਖਿਆ ਜਾਵੇ ਕਿ 28,64,000 ਤੇ 8 ਲੱਖ ਤਕਰੀਬਨ ਮਤਲਬ
ਤੀਜਾ ਹਿੱਸੇ ਦੇ ਲਗਭਗ ਜਿਹੜੇ ਆ ਉਹ ਤੀਜੇ ਹਿੱਸੇ ਤੋਂ ਥੋੜੇ ਜਿਹੇ ਘੱਟ ਉਹ ਠੀਕ ਹੋਏ ਨੇ। ਪੌਣੇ ਕਿ 3 ਆਪਾਂ ਕਹਿ ਸਕਦੇ ਹਾਂ। ਠੀਕ ਹੈ ਸਰ। ਅਮਰੀਕਾ ਦੇ ਵਿੱਚ ਇਸ ਵੇਲੇ ਜਿਹੜੀ ਗਿਣਤੀ ਹੈ ਸਭ ਤੋਂ ਵੱਧ ਅਮਰੀਕਾ ਹੈ। ਢਿੱਲੋਂ ਸਾਹਿਬ ਸਾਡੇ ਨਾਲ ਕਾਲਰ ਜੁੜ ਗਏ ਨੇ, ਸਵਾਗਤ ਕਰ ਲੈਂਦੇ ਹਾਂ ਉਹਨਾਂ ਦਾ। ਸਵਾਗਤ ਹੈ ਜੀ ਤੁਹਾਡਾ, ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ ਜੀ? ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਤੁਸੀਂ ਕਰੋਨਾ ਦੇ ਆਧਾਰ ਤੇ ਗੱਲਬਾਤ ਕਰ ਰਹੇ ਆ ਜੀ। ਗੱਲ ਇਹ ਆ, ਇਹ ਜਿਹੜੇ ਨਾ ਕਰੋਨਾ ਇਹ ਲੋਕਾਂ ਦਾ ਪਾਪ ਕੀਤਾ ਘੜਾ ਫੁੱਟਿਆ ਆ। ਜਿਹੜੇ ਬਾਬੇ ਆ ਨਜਾਇਜ਼ ਲੋਕਾਂ ਕੋਲੋਂ ਪੈਸਾ ਲੈਂਦੇ ਆ, ਆਪਣੇ ਮੰਦਰ ਮਸੀਤਾਂ ਬਣਾਇਆ ਸਾਰਾ ਕੁਝ, ਇਹ ਬਾਬਿਆਂ ਦਾ ਬੇੜਾ ਬੈਠਾ ਆ। ਲੋਕਾਂ ਨਾਲ ਧੱਜੀਆਂ ਡਾਈਆਂ, ਧੀਆਂ ਕੁੱਖਾਂ 'ਚ ਮਾਰੀਆਂ, ਦਰਖਤ ਵੱਡੇ, ਲੋਕਾਂ ਨੂੰ ਮਰਡਰ ਕੀਤੇ, ਲੋਕਾਂ ਦਾ ਬੁਰਾ ਹਾਲ ਕੀਤਾ। ਇਹ ਉਹਦਾ ਨਤੀਜਾ ਆ। ਪਰ ਇਹ ਠੀਕ ਹੋ ਜਾਊਗਾ, ਹੌਲੀ ਹੌਲੀ ਹੋਣਾ। ਇਹ ਰੱਬ ਨੇ ਆਪਣਾ ਡੰਡਾ ਕੱਢਿਆ ਆ। ਸਾਰੇ ਬੁੜੇ ਜਿਨ੍ਹਾਂ ਨੇ ਲੁੱਟ ਲਿਆ ਪੰਜਾਬ, ਲੁੱਟ ਲਿਆ ਹਿੰਦੁਸਤਾਨ ਸਾਰਾ, ਉਹਨਾਂ ਕੋਲ ਡਾਂਗ ਕੱਢੀ ਆ ਵੀ ਬੰਦੇ ਬਣ ਜਾਓ, ਤੁਹਾਨੂੰ ਮਾਰ ਦੇਣਾ ਕਰੋਨਾ ਨੇ, ਨਹੀਂ ਤਾਂ ਤੁਸੀਂ ਕੋਈ ਇਨਸਾਨੀਅਤ ਨੂੰ ਅੱਗੇ ਰੱਖ ਕੇ ਅੱਗੇ ਆਓ। ਇਹ ਰੱਬ ਨੇ ਇਹਨਾਂ ਨੂੰ ਥੋੜਾ ਜਿਹਾ ਚਸ਼ਮਾ ਦਿਖਾ ਲਿਆ। ਹਰ ਇੱਕ ਬੰਦਾ ਜ਼ਮੀਨਾਂ ਜਾਇਦਾਦਾਂ ਬਣਾਉਂਦਾ ਆ। ਪੁੱਛਣ ਵਾਲਾ ਹੋਵੇ ਤਸਵੀਰ ਨੂੰ ਵੀ ਤੂੰ ਹੋਟਲ ਬੱਸਾਂ ਕੀ ਕਰਨੇ, ਦਾਨ ਕਰਦੇ ਕੁਝ। ਅੱਜ ਤੱਕ ਗੁਰਦੁਆਰੇ ਲੁੱਟ ਕੇ ਆਪਣੇ ਘਰਾਂ ਨੂੰ ਲੈ ਗਿਆ, ਸਾਰਾ ਕੁਝ ਲੁੱਟ ਲਿਆ। ਉਹਨਾਂ ਨੂੰ ਦਾਨ ਕਰੋ, ਦਾਨ ਦੇ ਨਾਲ ਚੁੱਕਣਾ ਹੋਊਗਾ। ਰੱਬ ਦੰਡ ਨਾ ਭਰਾਵੇ, ਦਾਨ ਕਰਾਵੇ। ਔਰ ਰਹਿ ਗਈ ਗੱਲ ਜਿਹੜੇ ਵੱਡੇ ਵੱਡੇ ਅਫਸਰ ਆ, ਉਹਨਾਂ ਨੂੰ ਵੀ ਸੋਚ ਚਾਹੀਦੀ ਹੈ। ਜਦੋਂ ਸਾਡੇ 84 ਦੇ ਵਿੱਚ ਨਜਾਇਜ਼ ਮੁੰਡੇ ਚੱਕ ਮਾਰਦੇ, ਉਹਨਾਂ ਮਾਮਾ ਦੀਆਂ ਹਾਂ ਪਈ ਆ। ਮਾਮਾ ਦੀਆਂ ਅੱਜ ਤੱਕ ਕੀ ਨਹੀਂ ਸੁੱਕੇ, ਘਰਾਂ ਵਿੱਚ ਘਾਹ ਹੋ ਗਿਆ ਚੁੱਲਿਆਂ ਤੇ, ਨੌਜਵਾਨ ਮੁੰਡੇ ਚੱਕ ਮਾਰਦੇ। ਇਸ ਕਰਕੇ ਇਹ ਨਾ ਰੱਬ ਨੇ ਆਪਣੀ ਡਾਂਗ ਦਿਖਾਈ ਇਹਨਾਂ ਨੂੰ ਵੀ ਬੰਦੇ ਬਣੋ। ਰੱਬ ਜੋ ਵੀ ਇਨਸਾਨੀ ਤੌਰ ਤੇ ਇਹ ਬਹੁਤ ਜ਼ਿਆਦਾ ਇਹਨਾਂ ਨੂੰ ਸਬਕ ਦੇਣੀ ਆ। 70 ਸਾਲ ਤੋਂ ਉੱਪਰ ਦੇ ਬੰਦਿਆਂ ਨੂੰ ਤਾਂ ਕਰੋਨਾ ਜੱਫੀ ਪਾ ਕੇ ਮਿਲ ਲਵੇ ਤਾਂ ਬਹੁਤ ਚੰਗਾ ਹੋਊਗਾ। ਗੰਦਗੀ ਸਾਫ਼ ਹੋ ਜਾਵੇ, ਨਵੀਂ ਨੁਹਾਰ ਆਵੇ, ਨਵੀਂ ਦੁਨੀਆ ਆਵੇ, ਕੋਈ ਪਤਾ ਲੱਗੇ ਦੁਨੀਆ ਨੂੰ। ਜਿੰਨੇ ਬੁੱਢੇ ਆ ਇਹਨਾਂ ਨੂੰ 70 ਸਾਲ ਤੋਂ ਬਾਅਦ ਤਾਂ ਇਹਨਾਂ ਨੇ ਖਾਣਾ ਤੇ ਸੌਣਾ, ਹੋਰ ਤਾਂ ਕੁਝ ਕਰਨਾ ਨਹੀਂ, ਤੇ ਜਾਂ ਲੁੱਟਣਾ ਮੁੰਡਿਆਂ ਲਈ, ਬੱਚਿਆਂ ਲਈ, ਆਪਣਿਆਂ ਲਈ। ਤਾਂ ਇਸ ਕਰਕੇ ਮੈਂ ਰੱਬ ਕੋਲ ਅਰਦਾਸ ਕਰੂੰਗਾ 70 ਸਾਲ ਦੇ ਉੱਪਰ ਲਿਆ ਨੂੰ ਤਾਂ। ਜੀ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਹਾਂਜੀ, ਆਪਾਂ ਗੱਲ ਕਰ ਰਹੇ ਸੀਗੇ ਜੀ ਅਮਰੀਕਾ ਦੀ। ਅਮਰੀਕਾ ਦੇ ਵਿੱਚ 9,45,249 ਕੇਸ ਨੇ, 53,243 ਜਿਹੜੀਆਂ ਨੇ ਉੱਥੇ ਮੌਤਾਂ ਹੋ ਗਈਆਂ ਨੇ। ਜੇ ਟੋਟਲ 2 ਲੱਖ ਹੋਈਆਂ ਨੇ ਤਾਂ ਚੌਥਾ ਹਿੱਸਾ ਆਪਾਂ ਕਹਿ ਸਕਦੇ ਹਾਂ ਇਕੱਲੀਆਂ ਅਮਰੀਕਾ ਦੇ ਵਿੱਚ ਨੇ, ਖਾਸ ਕਰ ਨਿਊਯਾਰਕ ਦੇ ਵਿੱਚ। 1,10,000 ਜਿਹੜੇ ਉਹ ਠੀਕ ਵੀ ਹੋਏ ਨੇ। ਸਪੇਨ ਦੀ ਇਹ ਗਿਣਤੀ ਜਿਹੜੀ ਹੈ 2,19,764 ਹੈ। ਉੱਥੇ ਮੌਤਾਂ ਦੀ ਗਿਣਤੀ 22,524 ਹੈ ਤੇ 95,700 ਜਿਹੜਾ 8 ਬੰਦਾ ਠੀਕ ਹੋਇਆ। 2 ਲੱਖ ਦੇ ਵਿੱਚੋਂ 95,000 ਤੱਕ ਕਰੀਬਨ ਅੱਧ ਦੇ ਲਗਭਗ ਜਿਹੜਾ ਬੰਦਾ, ਮਤਲਬ ਆਪਾਂ ਕਹਿ ਸਕਦੇ ਹਾਂ ਕਿ 45% ਬੰਦੇ ਜਿਹੜੇ ਆ ਸਪੇਨ ਦੇ ਵਿੱਚ ਠੀਕ ਹੋਏ ਨੇ। ਭਾਰਤ ਦੇ ਵਿੱਚ ਇਹ ਗਿਣਤੀ ਜਿਹੜੀ ਆ 25,977, ਇਹਨੂੰ 26 ਮੰਨ ਲਈਏ। 815 ਮੌਤਾਂ ਹੋਈਆਂ ਨੇ ਤੇ 5365 ਬੰਦੇ ਠੀਕ ਹੋਏ ਨੇ। ਜਿਹੜੀ ਠੀਕ ਹੋਣ ਦੀ ਗਿਣਤੀ ਆ ਉਹ ਆਪਾਂ ਜੇ ਕਹਿ ਲਈਏ ਤਾਂ 20% ਦੇ ਲਗਭਗ ਮੰਨੀ ਜਾ ਸਕਦੀ ਹੈ ਜੀ। ਪੰਜਾਬ ਦੇ ਵਿੱਚ 312 ਮਰੀਜ਼ ਆਏ ਨੇ। ਇਹਦੇ ਵਿੱਚ ਸਭ ਤੋਂ ਵੱਧ ਜਿਹੜਾ ਹੈਗਾ ਰਾਜਪੁਰੇ ਦਾ ਕੇਸ ਆਏ ਨੇ। ਜ਼ਿਲ੍ਹਾ ਪਟਿਆਲਾ ਜਿਹੜਾ ਉਹ ਜ਼ਿਆਦਾ ਪ੍ਰਭਾਵਿਤ ਹੋ ਗਿਆ ਪਿਛਲੇ ਜ਼ਿਲ੍ਹਾ ਪਟਿਆਲਾ, ਮਤਲਬ ਇਹਦੇ ਵਿੱਚ ਰਾਜਪੁਰਾ ਆਇਆ ਜੀ। ਰਾਜਪੁਰੇ ਦੇ ਵਿੱਚ ਸਭ ਤੋਂ ਜ਼ਿਆਦਾ ਨੇ ਇਸ ਵੇਲੇ 42-43 ਇਕੱਲੇ ਰਾਜਪੁਰੇ ਦੇ ਵਿੱਚ ਨੇ, ਜੇ ਆਪਾਂ 312 ਟੋਟਲ ਮੰਨਿਆ ਜਾਵੇ। ਨਹੀਂ, ਪਟਿਆਲਾ ਤਕਰੀਬਨ ਠੀਕ ਸੀ। 1-2 ਮਰੀਜ਼ ਸੀ ਜਿਹੜਾ ਸ਼ੁਰੂਆਤ ਦੇ ਵਿੱਚ ਆਏ ਸੀ, ਗੁਰਪ੍ਰੀਤ ਦੇਸੀ ਮਹਿਮਾਨਦਾਰੀ ਵਾਲਾ, ਉਹ ਠੀਕ ਹੋ ਗਿਆ ਸਿਹਤ ਜਾਬ ਹੋ ਕੇ ਘਰ ਚਲਿਆ ਗਿਆ। 72 ਠੀਕ ਹੋਏ ਨੇ। ਤੀਜਾ ਕਿੱਸਾ ਠੀਕ ਹੋਇਆ, ਆਪਾਂ ਇਹ ਮੰਨ ਲਿਆ ਤੀਜੇ ਤੋਂ ਵੀ ਘੱਟ ਹੈਗਾ, 72 ਹੈ, ਮਤਲਬ ਇਸ ਤੋਂ ਕਾਫੀ ਘੱਟ ਹੈਗਾ। ਪਰ ਢਿੱਲੋਂ ਸਾਹਿਬ, ਜੇਕਰ ਆਪਾਂ ਪਟਿਆਲੇ ਦੀ ਗੱਲ ਕਰੀਏ, ਮੁੱਖ ਮੰਤਰੀ ਦਾ ਸ਼ਹਿਰ ਹੈ, ਜਿਸ ਤਰੀਕੇ ਦੇ ਨਾਲ ਸਾਰੇ ਜਿਹੜੇ ਪੰਜਾਬ ਦੇ ਵਿੱਚ ਜਿਵੇਂ ਦੇ ਪ੍ਰਬੰਧ ਕੀਤੇ ਗਏ, ਪਟਿਆਲਾ ਦੇ ਵਿੱਚ ਇਹਤਿਆਤ ਜਿਵੇਂ ਕਹਿੰਦੇ ਨੇ ਕਿ ਕਈ ਵਰਤੇ ਵੀ ਗਏ, ਡੀਸੀ ਸਾਹਿਬ, ਐਸਐਸਪੀ ਸਾਹਿਬ ਪ੍ਰਬੰਧ ਕਰਦੇ ਰਹੇ ਨੇ, ਪਰ 60 ਤੋਂ ਵੱਧ ਕੇਸਾਂ ਦੀ ਗਿਣਤੀ ਹੋ ਜਾਣਾ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਖੜਾ ਹੁੰਦਾ ਕਿ ਕਮੀਆਂ ਕਿੱਥੇ ਰਹਿ ਗਈਆਂ। ਮੈਂ ਉਸ ਗੱਲ ਤੇ ਵੀ ਆਉਣਾ ਜੀ। ਪਹਿਲਾਂ ਆਪਾਂ ਆ ਗਿਣਤੀ ਨੂੰ ਕਲੀਅਰ ਕਰ ਦਈਏ। ਇਟਲੀ ਦੇ ਵਿੱਚ ਇਸ ਵੇਲੇ 1,95,351 ਮੌਤਾਂ, ਉੱਥੇ 28,384। ਜਰਮਨ ਦੇ ਵਿੱਚ 1,55,054 ਮੌਤਾਂ, ਲਗਭਗ 57% ਹੈ। ਬਰਤਾਨੀਆ ਦੇ ਵਿੱਚ 1,43,000 ਮੌਤਾਂ, 20,700। ਫਰਾਂਸ ਦੇ ਵਿੱਚ 1,61,000, 22,000 ਮੌਤਾਂ। ਹੁਣ ਤੁਸੀਂ ਜੇ ਆਪਣਾ ਦੇਖ ਲਈਏ ਤਾਂ ਗੁਜਰਾਤ ਦੇ ਵਿੱਚ 371 ਨੇ, ਤੇਲੰਗਾਨਾ ਦੇ ਵਿੱਚ 983, ਚੰਡੀਗੜ੍ਹ ਦੇ ਵਿੱਚ 27, ਹਰਿਆਣਾ ਦੇ ਵਿੱਚ 287। ਹਰਿਆਣਾ ਸਾਡੇ ਤੋਂ ਪਿੱਛੇ ਰਹਿ ਗਿਆ, ਅਸੀਂ ਹਰਿਆਣੇ ਤੋਂ ਅੱਗੇ ਟੱਪ ਗਏ। ਹਿਮਾਚਲ 'ਚ 41, ਮਹਾਰਾਸ਼ਟਰ ਦੇ ਵਿੱਚ 7,828, ਤਾਮਿਲਨਾਡੂ ਦੇ ਵਿੱਚ 1,821, ਦਿੱਲੀ ਦੇ ਵਿੱਚ 2,514। ਦਿੱਲੀ ਦੇ ਵਿੱਚ ਵੀ ਕਾਫੀ ਤੇਜ਼ੀ ਦੇ ਨਾਲ ਇਹਦਾ ਵਿਕਾਸ ਹੋਇਆ, ਵਧਿਆ ਇਹ। ਰਾਜਸਥਾਨ ਦੇ ਵਿੱਚ
2061। ਹੁਣ ਜਿਹੜੀ ਗੱਲ ਤੁਸੀਂ ਕੀਤੀ ਸੀ ਕਿ ਇਤਿਹਾਤ ਨਹੀਂ ਵਰਤਿਆ, ਅਸੀਂ ਢਿੱਲੋਂ ਸਾਹਿਬ ਕਾਲਰ ਲੈ ਲਈਏ ਨਾਲ, ਸਾਡੀ ਗੱਲਬਾਤ ਜਾਰੀ ਹੈ ਜੀ। ਸਵਾਗਤ ਹੈ ਜੀ ਤੁਹਾਡਾ, ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ ਜੀ? ਸਤਿ ਸ਼੍ਰੀ ਅਕਾਲ ਜੀ। ਜੀ ਬੋਲੋ ਸਾਹਿਬ, ਸਵਾਗਤ ਹੈ। ਹਾਂਜੀ, ਗੱਲ ਇਹ ਵੀ ਮਤਲਬ ਇਹ ਤਰਾਸਦੀ ਬੜੀ ਵੱਡੀ ਤੇ ਪਰ ਲੋਕ ਬੜੇ ਸਿਆਣੇ ਬੜੇ ਸੁਚੇਤ ਹੋ ਗਿਆ। ਗੱਲ ਤੇ ਵੀ ਹਰ ਘਰ ਦਾ, ਹਰ ਫਿਕਰ ਤੇ ਹਰ ਦੇਸ਼ ਦਾ ਫਿਕਰ ਹੈ ਵੀ ਨਾ ਦਾ ਪੰਜਾਬ ਤੇ ਨਾ ਹਿੰਦੁਸਤਾਨ ਇਸ ਵਕਤ ਤਾਂ ਸਾਰੇ ਹੀ ਖਤਮ ਹੋਏ ਪਰ ਅਮਰੀਕਾ ਤੱਕ ਤੇ ਮਹਾਂਮਾਰੀ ਬੜੀ ਵੱਡੀ ਪਰ ਸੁਚੇਤ ਬੜੇ ਲੋਕ ਤੇ ਬੜੇ ਲੋਕ ਹੁਣ ਸਹੀ ਸਿਆਣੇ ਹੋ ਗਏ ਨੇ ਤੇ ਇਹਦਾ ਮਤਲਬ ਮਹਾਂਮਾਰੀ ਜਿਹੜੀ ਆਉਣ ਵਾਲਾ ਕਾਲ ਪਏਗਾ ਉਹਦੇ ਬਾਰੇ ਵੀ ਇਹ ਕਿਸੇ ਪਾਸੇ ਜਿਵੇਂ ਉਹ ਕਹਿੰਦਾ ਬਿਹਾਰ ਬਗਾ ਜਿਵੇਂ ਕੱਪੜਾ ਚੰਗਾ ਪਾਇਆ ਤੇ ਮਾਰ ਕੇ ਚਾਕੂ ਬੰਦਾ ਮਾਰ ਦਿੰਦੇ ਸੀ ਭਾਵੇਂ ਤੇ 10 ਰੁਪਏ ਉਹ ਗੱਲ ਆਪਣੇ ਹੋਣੀ ਹੈ। ਡਾਕੂ ਚੋਰੇ ਤੇਰੇ ਆਪਾਂ ਦਾ ਸਾਰਾ ਕੁਝ ਆਪ ਹੀ ਬਣ ਗਿਆ ਜਦੋਂ ਗਰੀਬੀ ਇੰਨੀ ਆ ਗਈ, ਮਹਾਂਮਾਰੀ ਇੰਨੀ ਆ ਗਈ। ਇਹ ਤਾਂ ਮਤਲਬ ਇੱਕ ਕਿੱਦਾਂ ਮੈਸੇਜ ਹੈ ਸਿੱਧਾ ਵੀ ਚੱਲਦਾ ਯਾਰ 70 ਸਾਲ ਦਾ ਬਜ਼ੁਰਗ ਨੂੰ ਮਾਰਦੇ ਆਪਾਂ ਚੰਗੀ ਗੱਲ ਤੇ ਮੈਸੇਜ ਜਿੰਨੇ ਵੀ ਆਉਂਦੇ ਆ ਬਜ਼ੁਰਗਾਂ ਨੂੰ ਆਪਾਂ ਖਤਮ ਕਰ ਦਈਏ। ਜਿਹੜੇ ਖਾਧੀ ਜਾਂਦੇ ਆਪਣੇ ਦੇਸ਼ਾਂ ਲੀਡਰਾਂ ਬਾਰੇ ਅੱਗੇ ਮੁੱਦਾ ਲੀਡਰਾਂ ਨੂੰ ਆਖਦੀ ਹੋਵੇ ਅੱਜ ਵੀ ਕੈਪਟਨ ਕੋਲ ਬੱਚਿਆਂ ਲੀਡਰਾਂ ਕੋਲ ਆਦੀ ਰਾਪੁਰ ਕੋਲੇ ਤੇ ਜਿਹੜੀ ਸੋਚਦੀ ਹੈ ਦੇਸ਼ ਬਾਰੇ ਬਜ਼ੁਰਗ ਮਾਰੇ ਪਤਾ ਲੱਗ ਕੇ ਉਹਨੂੰ ਘੱਟ ਕੌਣ ਹੋ ਗਿਆ ਕਿਹਨੂੰ ਕੌਣ ਮਾਰਾ ਉਹਨਾਂ ਨੂੰ ਆਖੇਗਾ ਚੰਗੇਜ ਖਾਣਾ ਨੂੰ ਉਹ ਤਾਂ ਆਪਾਂ ਸਾਰਾ ਕੁਝ ਆਪ ਹੀ ਬਣ ਕੇ ਜੇ ਆਪਣੇ ਸੁਭਾਅ ਹੋਵੇ ਤੇ ਆਪਾਂ ਕੀ ਕਰਾਂਗੇ। ਬਿਲਕੁਲ ਜੇ ਗੱਲ ਆਉਂਦੀ ਤੇ ਟੀਵੀ ਦੇ ਵਿੱਚ ਤੇ ਨਾ ਕਰਿਆ ਕਰੋ ਕਰ ਰਹੇ ਤੇ ਲੀਡ ਦਾ ਭਰਾਵਾ ਨਾ ਕਰਿਆ ਕਰੋ। ਇਹ ਜਿਹੀ ਗੱਲਾਂ ਥੋੜ੍ਹੀਆਂ ਹੁੰਦੀਆਂ ਬਜ਼ੁਰਗ ਮਾਰ ਦਿਓ, ਮਾਂ ਮਾਰ ਦਿਓ, ਪਿਓ ਮਾਰ ਦਿਓ, ਕਮਾਲ। ਬਿਲਕੁਲ ਬਿਲਕੁਲ ਜੇ ਬਿਲਕੁਲ ਕੋਈ ਗੱਲ ਸਿਆਣੀ ਆਉਂਦੀ ਅੱਜ ਤੁਹਾਨੂੰ ਇੱਕ ਅਖਬਾਰ ਤੋਂ ਲੈ ਕੇ ਕਾਟੋ ਤੋਂ ਲੈ ਕੇ ਰੇਲ ਬਾਈ ਤੱਕ ਸਭ ਖਤਮ ਹੋ ਜਾਂਦਾ ਹੈ। ਬਿਲਕੁਲ ਕੁਝ ਨਾ ਦੋ ਵੀ ਕਿੱਥੋਂ ਆਵੇਗਾ ਪੈਸਾ ਤੇ 5 ਰੁਪਏ ਮੁਲਾਜ਼ਮ ਵੀ ਸਾਰੇ ਘਰੇ ਆ ਜਾਣਗੇ, ਕਿਸਾਨਾਂ ਦਾ ਫਸਲ ਵੀ ਵਿਕ ਰਿਹਾ। ਫਸਲ ਵੀ ਵਿਕੀ ਜਿੰਨਾ ਤੇ ਇੰਨਾ ਹੀ ਵਾਧੂ ਲੈਣ ਵਧਾਉਣਾ ਤਾਂ ਕਿਸੇ ਨੇ ਕੀ ਹੈ। MSP ਕੀ ਵਧਾਉਣੀ 2022 ਚ ਹਰ ਬੰਦਾ ਉਹਦਾ ਮੌਜਾ ਲੈਣ ਤੇ ਪਹਿਲੇ ਐਕਚੁਅਲ ਦੀ ਮੋਦੀ ਦੀ ਆਪਾਂ ਖਰਬਾਂ ਵੀ ਉਹ ਪੈਟਰੋਲ ਹੀ ਵੈਸ ਚੱਲਦਾ ਪਿਆ ਆਉਂਦੀ ਰੋਣਾ ਵੱਧ ਜਾਣਾ। ਉਹਨਾਂ ਨੇ ਬਣਾਉਣਾ ਦੂਜੇ ਬਣਾਉਣਾ ਪੈਸੇ ਇਕੱਠਾ ਉਹਨਾਂ ਦਾ ਸਭ ਚੱਲਦਾ ਵਾ। ਲੋਕਾਂ ਦੀ ਉਹਨਾਂ ਨੂੰ ਕੋਈ ਹੈ ਨਹੀਂ। ਜਿਹੜੇ ਪਿੰਡ ਦੇ ਵਿੱਚ ਤੇ ਸਾਡੇ ਨਾਲ ਹੋਰ 3 ਪਿੰਡ ਆਏ ਉਹਨਾਂ ਜੇ ਲੈ ਕੇ ਜਾਉਣੇ ਚੱਲੇ ਉਹਨਾਂ ਨੂੰ ਕੁੱਟ ਕੇ ਮਾਰ ਮੇਰੇ ਪੁਲਿਸ ਕਰੀ DSP ਖੜੇ ਆ ਕਿ ਪਿੰਡ 2 DSP ਲੈ ਤੇ ਕੀ ਉਹਨਾਂ ਕੋਲ 147 ਨੇ ਕਿ ਬਾਬਣ ਜਿਹੜੇ ਉਹ ਲਈ ਫਿਰਦੇ ਵਿਚਾਰੇ ਜਿਹਨੂੰ ਵੇਦ ਨੂੰ ਕੁੱਟ ਕੇ ਪਰਚਾ ਚਿੱਤਰ ਮਾਰਨਾ ਕੇ ਪਰਚਾ। ਜੀ ਸ਼ੁਕਰੀਆ। ਕੋਈ ਇੱਥੇ ਦਾ ਹੱਲ ਹੈਗਾ ਦਵਾਈ ਤੇ ਤੁਹਾਡੇ ਕੋਲ ਇੱਧਰ ਬਣੀ ਨਹੀਂ ਬਿਲਕੁਲ ਕੋਈ ਹੱਲ ਨਹੀਂ ਗਾ। ਇਹ ਆਪ ਹੀ ਲੋਕ ਸੇਫ ਰਹਿਣ ਨਾ ਕੋਈ ਦਵਾਈ ਤੇ ਇਹਦਾ ਮਤਲਬ ਕੋਈ ਹੋਣੇ ਜੀ ਕਹਿੰਦੀ ਖਤਰੇ ਵਾਲੀ ਗੱਲ। ਮੌਸਮ ਬੜਾ ਸਾਫ ਇੱਕ ਹੋਰ ਬੜੀ ਤਰਾਸਦੀ ਆ ਗਈ ਹੈ ਜਿਹੜੇ ਨਰਮੇ ਦੇ ਬਗੀਚੇ ਨੇ ਅਗਰ ਜਰਾਪੁਰ ਜੀ ਬਣ ਗਿਆ ਵੀ ਇੰਨਾ ਮੌਸਮ ਸਾਫ ਜੀ ਤੇ ਹਰ ਰੋਜ਼ ਮੀਂਹ ਪੈਂਦਾ ਸੀਗਾ। ਸਵੇਰੇ ਪੈ ਗਿਆ ਕਦੇ ਸ਼ਾਮ ਪੈ ਗਿਆ। ਮੁਕਤਸਰ ਜਿਹੜੇ ਸਾਡੇ ਸਾਰੇ ਪੰਜਾਬ 'ਚ ਪਈ ਜਾਂਦਾ ਕਈ ਸ਼ਾਮ ਨੂੰ 24 ਘੰਟੇ 72 ਘੰਟੇ ਤਾਂ ਪੈਣਾ ਹੀ ਪੈਣਾ। ਇਹ ਵੀ ਇੱਕ ਨਵਾਂ ਮਤਲਬ ਰਿਸ਼ਤਾ ਬਣ ਗਿਆ ਮੁੱਦਾ ਜੀ। ਬਿਲਕੁਲ ਸ਼ੁਕਰੀਆ ਜੀ, ਧੰਨਵਾਦ ਬਹੁਤ ਬਹੁਤ ਸਾਡੇ ਨਾਲ ਰਾਬਤਾ ਕਾਇਮ ਕਰਨ ਲਈ। ਢਿੱਲੋਂ ਸਾਹਿਬ ਅਸੀਂ ਮੌਸਮ ਤੇ ਵੀ ਅੱਗੇ ਗੱਲਬਾਤ ਕਰਾਂਗੇ। ਸਾਡੀ ਗੱਲਬਾਤ ਜਾਰੀ ਹੈ ਕਿ ਕਮੀਆਂ ਕਿੱਥੇ ਰਹਿ ਗਈਆਂ ਕਿ ਆਖਿਰਕਾਰ ਪਟਿਆਲਾ ਜਿਵੇਂ ਕੇਸ ਹੋਦੇ ਜੀ ਕਿ ਤੁਸੀਂ ਇਹ ਗੱਲਾਂ ਕਰਨ ਦਿਆ ਕਰੋ। ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਸਕਰੀਨਿੰਗ ਤਾਂ ਹੈ ਨਹੀਂ ਕਿ ਬੰਦੇ ਨੇ ਬੋਲਣਾ ਕੀ ਆ। ਬਿਲਕੁਲ ਬਿਲਕੁਲ ਅਸੀਂ ਸਾਰਿਆਂ ਦੀ ਸੁੱਖ ਮੰਗਦੇ ਹਾਂ, ਭਾਵੇਂ ਕੋਈ ਬਜ਼ੁਰਗ ਹੈ, ਭਾਵੇਂ ਬੱਚਾ ਹੈ ਜਾਂ ਕੋਈ ਹੋਰ ਹੈ। ਬਿਲਕੁਲ ਕਮੀਆਂ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਪ੍ਰਸ਼ਾਸਨ ਨੇ ਕਿਹਾ ਵੀ ਇਤਿਹਾਤ ਵਰਤੋ। ਜਦੋਂ ਕਰਫਿਊ ਲੱਗਿਆ ਸੀਗਾ 22 ਤਰੀਕ ਤੋਂ ਬਾਅਦ 3-4 ਦਿਨ ਤਾਂ ਪੁਲਿਸ ਨੇ ਬਹੁਤ ਸਖਤੀ ਰੱਖੀ। ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਵੀ ਤੁਹਾਡਾ ਇਹ ਤਰੀਕਾ ਗਲਤ ਆ। ਕੁਝ ਲੋਕਾਂ ਦਾ ਤਰੀਕਾ ਗਲਤ ਸੀ, ਕੁਝ ਪੁਲਿਸ ਕਰਮਚਾਰੀਆਂ ਦਾ ਜਿਹੜਾ ਤਰੀਕਾ ਗਲਤ ਸੀ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਆਪਾਂ ਗੈਰ ਇਨਸਾਨੀਅਤ ਵਾਲਾ ਕੰਮ ਨਾ ਕਰੀਏ। ਕਈ ਵਾਰੀ ਕੋਈ ਰਾਸ਼ਨ ਲੈ ਕੇ ਆ ਰਿਹਾ ਉਸ ਤੇ ਵੀ ਡੰਡਾ ਫਿਰ ਰਿਹਾ ਕੋਈ ਹੋਰ ਹੈ। ਹਾਂ, ਜਿਹੜੀ ਮੰਡੀਰ ਕਿਸਮ ਦੀ ਲੋਕ ਹੈਗੇ ਜਿਨ੍ਹਾਂ ਦਾ ਕੋਈ ਕੰਮ ਨਹੀਂ ਹੈਗਾ, ਸੜਕਾਂ ਤੇ ਤੁਰੇ ਫਿਰਦੇ ਆ। ਅੱਜ ਕੱਲ੍ਹ ਪੁਲਿਸ ਕਰਮਚਾਰੀਆਂ ਦੇ ਸੁਭਾਅ ਦੇ ਵਿੱਚ ਬਦਲਾਅ ਆਇਆ। ਪਰ ਇਹ ਸਾਡੇ ਲੋਕ ਹੈ ਜਿਹੜੇ ਇਸ ਗੱਲ ਨੂੰ ਨਹੀਂ ਸਮਝਦੇ। ਹੁਣ ਰਾਜਪੁਰੇ ਦੇ ਵਿੱਚ ਜਿਹੜਾ ਇਹ ਕੇਸ ਆਇਆ ਹੈ ਉਹਦੇ ਬਾਰੇ ਚਰਚਾ ਇਹ ਚੱਲਦੀ ਹੈ ਕਿ ਉੱਥੇ ਕੁਝ ਲੋਕ ਜਿਹੜੇ ਦੋਸ਼ ਲੱਗਦਾ ਉਹ ਤਾਂ ਪੁਲਿਸ ਦੱਸੇਗੀ ਕਿ ਇਹ ਦੋਸ਼ ਸੱਚੇ ਨੇ ਜਾਂ ਨਹੀਂ, ਕਿ ਕੁਝ ਜਿਹੜੇ ਸੱਟੇ ਲਾਉਣ ਵਾਲੇ ਸੀ, ਲਾਟਰੀਆਂ ਲਾਉਣ ਵਾਲੇ ਸੀ, ਉਹਨਾਂ ਨੇ ਕੋਈ ਪਾਰਟੀ ਰੱਖੀ, ਉਹਦੇ ਵਿੱਚ ਹੁੱਕਾ ਜਿਹੜੀ ਵਾਰ ਹੈ ਉਹ ਇਕੱਠਿਆਂ ਨੇ ਬੈਠ ਕੇ ਪੀਤਾ। ਉਹਦੀਆਂ ਫੋਟੋਆਂ ਵੀ ਵਾਇਰਲ ਹੋਈਆਂ ਨੇ। ਇਹਦਾ ਹੁਣ ਪੁਲਿਸ ਦੀ ਜਾਂਚ 'ਚ ਸਪਸ਼ਟ ਹੋਏਗਾ ਕਿ ਕੀ ਉਹ ਸਾਰਾ ਕੁਝ ਸੱਚ ਹੈ। ਜੇ ਸੱਚ ਹੈ ਤਾਂ ਫਿਰ ਉਹ ਕਿਉਂ ਹੋਣ ਦਿੱਤਾ ਗਿਆ, ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ। ਜਦੋਂ ਅਸੀਂ ਕਿਹਾ ਵੀ ਇਤਿਹਾਤ ਵਰਤੋ, ਜੇ ਕਿਸੇ ਨੂੰ ਕੋਈ ਮਾੜੇ ਮੋਟੇ ਲੱਛਣ ਆਉਂਦੇ ਨੇ, ਛਿੱਕਾਂ ਹੁੰਦੀਆਂ ਨੇ, ਜ਼ੁਕਾਮ ਲੱਗਿਆ ਵਾ, ਮਤਲਬ ਬਾਰ-ਬਾਰ ਪ੍ਰਸ਼ਾਸਨ ਆਪਣਾ ਪੂਰਾ ਜ਼ੋਰ ਲਾ ਰਿਹਾ ਹੈ। ਉਸ ਤਰ੍ਹਾਂ ਦੀ ਜਾਣਕਾਰੀ ਅਸੀਂ ਲੁਕਾਉਂਦੇ ਆ। ਜਦੋਂ ਅਸੀਂ ਜਾਣਕਾਰੀ ਲੁਕਾਉਂਦੇ ਆ ਉਸੇ ਕਰਕੇ ਇਹ ਜਿਹੜੇ ਕੇਸ ਵਧੇ ਨੇ। ਇਸ ਵੇਲੇ ਰਾਜਪੁਰਾ ਨੂੰ ਸਭ ਤੋਂ ਬਫਰ ਜ਼ੋਨ ਦੇ ਵਿੱਚ
ਮਤਲਬ ਇਸ ਵੇਲੇ ਐਲਾਨ ਕਰ ਦਿੱਤਾ ਹੈਗਾ। ਇਸ ਕਰਕੇ ਮੈਂ ਸਮਝਦਾ ਕਿ ਲੋਕਾਂ ਨੂੰ ਵੀ ਥੋੜਾ ਬਹੁਤਾ ਸਮਝਣਾ ਚਾਹੀਦਾ ਹੈ। ਜੇ ਲੋਕ ਇਹ ਬਿਮਾਰੀ ਦੀ ਅਜੇ ਤੱਕ ਕੋਈ ਵੈਕਸੀਨ ਨਹੀਂ ਬਣੀ, ਭਾਵੇਂ ਦਾਅਵੇ ਕੀਤੇ ਜਾ ਰਹੇ ਨੇ ਕਿ 80% ਤੋਂ ਵੱਧ ਇਹਦੇ ਵਿੱਚ ਸਫਲਤਾ ਹਾਸਲ ਕਰ ਲਈ, ਅਮਰੀਕਾ ਵੀ ਕਹਿੰਦਾ, ਜਰਮਨ ਵੀ ਕਹਿੰਦਾ, ਜਾਪਾਨ ਵੀ ਕਹਿੰਦਾ, ਚੀਨ ਨੇ ਜਿਹੜੀ ਦਵਾਈ ਬਣਾਈ ਸੀ ਉਹਦੇ ਬਾਰੇ ਜਿਹੜਾ ਟੈਸਟ ਕੀਤਾ ਉਹ ਕਹਿੰਦੇ ਵੀ ਉਹ ਕੋਈ ਜ਼ਿਆਦਾ ਨਤੀਜਾ ਨਹੀਂ ਕੱਢ ਸਕਿਆ। ਹੁਣ ਜਿਹੜੀ ਹਾਈਡਰੋਕਸੋਕਲੋਰੋਕਵੀਨ ਦਵਾਈ ਹੈ ਜਿਹੜੀ ਮਲੇਰੀਆ ਵਿੱਚ ਦਿੱਤੀ ਜਾਂਦੀ ਸੀ, ਵੱਡੀ ਪੱਧਰ ਤੇ ਅਮਰੀਕਾ ਨੇ ਭਾਰਤ ਤੋਂ ਮੰਗਾਈ ਹੈ, ਉਹਦੇ ਬਾਰੇ ਵੀ ਕਈ ਤਰ੍ਹਾਂ ਦੀਆਂ ਚਰਚਾ ਕਹਿ ਰਹੇ ਨੇ ਕਿ ਸ਼ਾਇਦ ਉਹ ਪੂਰੀ ਤਰ੍ਹਾਂ ਮਤਲਬ ਉਸ ਦਾ ਅਸਰ ਨਹੀਂ ਹੋ ਰਿਹਾ। ਜਿਹੜੇ ਸਾਡੇ ਵਿਗਿਆਨੀ ਨੇ ਉਹ ਲਗਾਤਾਰ ਇਸ ਦੇ ਉੱਤੇ ਲੱਗੇ ਹੋਏ ਨੇ। ਉਮੀਦ ਕੀਤੀ ਜਾ ਸਕਦੀ ਹੈ, ਉਮੀਦ ਰੱਖਣੀ ਚਾਹੀਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਵਿੰਦਰ ਇਹਦਾ ਕੋਈ ਨਾ ਕੋਈ ਹੱਲ ਨਿਕਲ ਆਵੇਗਾ। ਪਰ ਹਾਲ ਦੀ ਘੜੀ ਇਹਦੇ ਤੇ ਇਤਿਹਾਸ ਆ ਜਿਹੜਾ ਅਸੀਂ ਵਰਤਨ ਨੂੰ ਨਹੀਂ ਤਿਆਰ। ਹੁਣ ਸਾਡੇ ਨਾਲ ਕਾਲਰ ਜੁੜ ਗਏ ਨੇ। ਢਿੱਲੋਂ ਸਾਹਿਬ ਸਵਾਗਤ ਹੈ ਜੀ ਤੁਹਾਡਾ, ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ ਜੀ? ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਤੇ ਸਾਰੇ ਗਲੋਬਲ ਟੀਵੀ ਵੇਖਣ ਵਾਲਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਪ੍ਰਗਟ ਸਿੰਘ ਬੱਲ ਕੈਲੀਫੋਰਨੀਆ USA ਤੋਂ ਅਰਜ਼ ਕਰ ਰਿਹਾ ਵਾਹ ਜੀ। ਜੀ ਪ੍ਰਗਟ ਸਿੰਘ ਜੀ, ਸਵਾਗਤ। ਪਹਿਲਾਂ ਤੇ ਤੁਹਾਡਾ ਧੰਨਵਾਦ ਕਰਨਾ ਬਣਦਾ ਵੀ ਜਿਹੜਾ ਸਾਨੂੰ ਵੇਟ ਕਰਨਾ ਪੈਂਦਾ, ਭਾਵੇਂ ਹਜ਼ਾਰਾਂ ਦੀ ਗਿਣਤੀ ਟੀਵੀ ਚੱਲ ਰਹੇ ਆ ਜੀ, ਪਰ ਜਿਹੜੇ ਡਾਕਟਰ ਤੋਂ ਜਿਹੜੇ ਟੀਵੀ ਤੇ ਵਿਸ਼ਵਾਸ ਹੋਵੇ ਤੇ ਉਹਦੇ ਤੋਂ ਹੀ ਸਾਰੀ ਕਹਾਣੀ ਚੱਲਦੀ ਹੈ। ਫੇਥ ਜ਼ਿਆਦਾ ਹੁੰਦਾ, ਜਿਹੜਾ ਫੇਥ ਹੈ ਨਾ ਇਹੋ ਹੀ ਸਭ ਤੋਂ ਮਨ ਨੂੰ ਤਸੱਲੀ ਦਿੰਦਾ ਜੀ। ਸ਼ੁਕਰੀਆ, ਧੰਨਵਾਦ ਜੀ। ਤੇ ਉਹ ਆਈਏ ਗੱਲ ਜੀ, ਤੁਸੀਂ ਵੇਖੋ ਸਾਡੇ ਦੇ ਗੁਰੂ ਮਹਾਰਾਜਾ ਨੇ ਕਿਹਾ ਹੈਗਾ ਕਿ ਦੁਸ਼ਮਣ ਨੂੰ ਵੀ ਪਾਣੀ ਭਾਈ ਕਨਈਆ ਜੀ ਪਿਉਂਦੇ ਮਤਲਬ ਮੱਟੀ ਕਰਦੇ ਤੇ ਉਹਨਾਂ ਨੂੰ ਵੀ ਗਲੇ ਨਾਲ ਲਾਇਆ ਸੀ। ਤੇ ਆ ਮੇਰੇ ਵੀਰ ਆਂਦੇ ਆ ਵੀ 70 ਸਾਲ ਤੋਂ ਉਤਲੇ ਸਾਰੇ ਚੁਕਾ ਦਈਏ ਜੀ। ਆਪਾਂ ਕਿੱਧਰ ਨੂੰ ਤੁਰ ਪਏ ਆ ਜੀ? ਜੀ ਬਿਲਕੁਲ। ਵਾਹਿਗੁਰੂ ਕਿਰਪਾ ਕਰੇ। ਵੇਖੋ ਬਾਣੀ ਕਹਿੰਦੇ ਆ ਮਨ ਜੀਤੇ ਜਗ ਜੀਤ। ਸਭ ਤੋਂ ਜ਼ਿਆਦਾ ਤੇ ਹੌਸਲਾ ਵਾ। ਹਰ ਘਰ ਚ ਅਜੇ ਬਜ਼ੁਰਗ ਹੈਗੇ, ਅੱਧਾ ਟੱਬਰ ਤੇ ਵੈਸੇ ਹੀ ਮਰਨੇ ਪਾ ਗਿਆ। ਪਹਿਲੇ ਕਾਲਰ ਸਾਹਿਬ ਸਤਿਕਾਰਯੋਗ ਸਾਡੇ, ਤੇ ਵਾਹਿਗੁਰੂ ਕਿਰਪਾ ਕਰੇ। ਵੇਖੋ ਸਾਡੇ ਜਿਸ ਤਰ੍ਹਾਂ ਹੁਣ ਤੁਸੀਂ ਦੱਸ ਕੇ ਹਟੇ ਜੇ ਵੀ ਕੈਪਟਨ ਸਾਹਿਬ ਨੇ ਤੇ ਆਖਿਆ ਵੀ ਚਲੋ ਪਹਿਲਾਂ ਓਦਾਂ ਬੰਦ ਰਹੋ, ਫਿਰ ਕਰਫਿਊ ਲਾ ਕੇ ਵੇਖਿਆ, ਫਿਰ ਵੀ ਲੋਕ ਨਹੀਂ ਹਟੇ, ਫਿਰ ਸਖਤੀ ਕੀਤੀ, ਹੁਣ ਸਖਤੀ ਹਟਾ ਕੇ ਵੇਖ ਲਈ ਆ। ਸਭ ਤੋਂ ਜ਼ਿਆਦਾ ਜ਼ਰੂਰਤ ਇਹ ਅੱਜ ਦੀ ਡੇਟ 'ਚ ਕਿ ਸਭ ਤੋਂ ਵੱਡੀ ਲੜਾਈ ਆ ਜਿਹੜਾ ਬੰਦਾ ਆਪਣੇ ਘਰ 'ਚ ਰਹਿ ਕੇ ਵੀ ਆਪਣੇ ਪਰਿਵਾਰ ਨੂੰ ਬਚਾ ਰਿਹਾ, ਆਪਣੇ ਸਮਾਜ ਨੂੰ ਬਚਾ ਰਿਹਾ, ਆਪਣੇ ਸਟੇਟ ਨੂੰ, ਜ਼ਿਲ੍ਹੇ ਨੂੰ, ਦੇਸ਼ ਨੂੰ, ਸਾਰੇ ਵਰਲਡ ਨੂੰ ਬਚਾ ਰਿਹਾ। ਬਿਲਕੁਲ ਬਿਲਕੁਲ। ਉਹ ਵੀ ਇੱਕ ਲੜਾਈ ਲੜ ਰਿਹਾ ਇੱਕ ਚੰਗੇ ਸੈਨਿਕ ਦੀ ਤਰ੍ਹਾਂ। ਧੰਨਵਾਦ ਤੁਹਾਡਾ ਜੀ, ਜਿਹੜੇ ਘਰ 'ਚ ਬੈਠੇ ਚੜ੍ਹਦੀ ਕਲਾ 'ਚ ਰਹਿਣ। ਥੈਂਕ ਯੂ ਜੀ। ਜੀ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਇੱਕ ਹੋਰ ਕਾਲਰ ਜੁੜ ਗਏ ਨੇ। ਸਵਾਗਤ ਹੈ ਜੀ ਤੁਹਾਡਾ, ਕੀ ਨਾਮ ਹੈ, ਕਿੱਥੋਂ ਬੋਲ ਰਹੇ ਜੀ? ਹੈਲੋ, ਸਾਡੀ ਗੱਲਬਾਤ ਜਾਰੀ ਹੈ। ਢਿੱਲੋਂ ਸਾਹਿਬ ਸੁਖਵਿੰਦਰ ਜੀ, ਇੱਕ ਤਾਂ ਬਾਰ-ਬਾਰ ਸਾਡੇ ਸਾਰੇ ਕਾਲਰਾਂ ਨੇ ਕਿਹਾ ਕਿ ਜਿਹੜਾ 70 ਸਾਲ ਵਾਲੀ ਗੱਲ ਕੀਤੀ ਹੈ ਉਹ ਦੋਸਤੋ ਕਿਸੇ ਦੀ ਨਿੱਜੀ ਰਾਏ ਹੋ ਸਕਦੀ ਹੈ, ਸਾਡੀ ਰਾਏ ਨਹੀਂ ਹੈ। ਬਿਲਕੁਲ ਬਿਲਕੁਲ। ਮਤਲਬ ਕਿਸੇ ਦੀ ਨਿੱਜੀ ਰਾਏ ਦੇ ਵਿੱਚ ਹੁਣ ਪਤਾ ਨਹੀਂ ਲੱਗਦਾ ਵੀ ਬੰਦੇ ਨੇ ਕੀ ਕਹਿਣਾ ਹੈਗਾ। ਪਰ ਅਸੀਂ ਤਾਂ ਫਿਰ ਮੈਂ ਦੁਬਾਰਾ ਰਿਪੀਟ ਕਰਦਾ ਕਿ ਅਸੀਂ ਸਾਰਿਆਂ ਦੀ ਦੁਆ ਮੰਗਦੇ ਹਾਂ ਕਿ ਕਿਉਂਕਿ ਸਾਡਾ ਤਾਂ ਧਰਮ ਹੀ ਇਹ ਸਿਖਾਉਂਦਾ ਹੈਗਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿਹੜੀ ਗੱਲ ਆਪਾਂ ਚੱਲ ਰਹੇ ਹਾਂ ਕਿ ਲੋਕਾਂ ਨੇ ਇਤਿਹਾਦ ਵਰਤਨ ਦਾ ਯਤਨ ਨਹੀਂ ਕੀਤਾ। ਬਿਲਕੁਲ ਬਿਲਕੁਲ। ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਇਕਾਂਤਵਾਸ ਹੋਵੋ। ਲੀਡਰ ਵੀ ਇਸ ਮਾਮਲੇ ਦੇ ਵਿੱਚ ਨਹੀਂ ਹਟਦੇਗੇ। ਪਟਿਆਲੇ ਦੇ ਸੀਨੀਅਰ ਡਿਪਟੀ ਮੇਅਰ ਦੇ ਉੱਤੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਆ ਕਿ ਭਾਵੇਂ ਉਹਨਾਂ ਦੀ ਜਿਹੜੀ ਰਿਪੋਰਟ ਨੈਗੇਟਿਵ ਸੀ, ਪਰ ਸਿਹਤ ਵਿਭਾਗ ਨੇ ਉਹਨਾਂ ਨੂੰ ਮਸ਼ਵਰਾ ਦਿੱਤਾ ਸੀ ਕਿ ਤੁਸੀਂ 14-15 ਦਿਨ ਜਿਹੜਾ ਹੈਗਾ ਇਕਾਂਤਵਾਸ 'ਚ ਰਹੋ। ਉਹਨਾਂ ਦਾ ਇਕਾਂਤਵਾਸ 29 ਤਰੀਕ ਨੂੰ ਖਤਮ ਹੋਣਾ ਸੀ, ਉਹ 2 ਦਿਨ ਪਹਿਲਾਂ ਹੀ ਜਿਹੜਾ ਹੈਗਾ ਰਾਸ਼ਨ ਵੰਡਣ ਲੱਗ ਗਏ। ਮੇਰਾ ਖਿਆਲ ਹੈ ਕਿ ਸਾਨੂੰ ਫੋਟੋਆਂ ਦਾ ਜਿਹੜਾ ਕਲਚਰ ਚੱਲ ਪਿਆ ਨਾ ਕਿ ਫੋਟੋਆਂ ਲਾ ਕੇ ਦੱਸਿਆ ਜਾਵੇ। ਹੁਣ ਇਸ ਵੇਲੇ ਸਰਕਾਰ ਪੰਜਾਬ ਦੇ ਵਿੱਚ ਕਾਂਗਰਸ ਦੀ ਹੈ, ਜਿਹੜੇ ਬੰਦੇ ਸੱਤਾ ਦੇ ਵਿੱਚ ਨਹੀਂ ਹੈਗੇ ਉਹ ਘਰਾਂ 'ਚ ਬੈਠੇ ਤਰਲੋ ਮੱਛੀ ਹੋ ਰਹੇ ਨੇ ਕਿ ਕਿਸੇ ਤਰੀਕੇ ਦੇ ਨਾਲ ਸਾਡਾ ਜਿਹੜਾ ਪ੍ਰਚਾਰ ਆ ਉਹ ਬੰਦ ਹੋ ਕੇ ਰਹਿ ਗਿਆ। ਉਸ ਪਾਸੇ ਵੱਲ ਨੂੰ ਜਾਈਏ। ਮੈਂ ਬਾਰ-ਬਾਰ ਇਸ ਗੱਲ ਤੇ ਬੇਨਤੀ ਕਰਦਾ ਕਿ ਦੋਸਤੋ ਇਹ ਸਮਾਂ ਸਿਆਸਤ ਚਮਕਾਉਣ ਦਾ ਨਹੀਂ ਹੈਗਾ। ਇਸ ਵੇਲੇ ਤੁਸੀਂ ਤੁਹਾਡਾ ਪਾਇਆ ਹੋਇਆ ਯੋਗਦਾਨ, ਜੇ ਤੁਸੀਂ ਕੋਈ ਇੱਕ ਬੰਦੇ ਨੂੰ ਵੀ ਮਤਲਬ ਲੰਗਰ ਛਕਾਤਾ, ਰਾਸ਼ਨ ਦੇਤਾ ਜਾਂ ਕੋਈ ਹੋਰ ਗੱਲ ਕਰ ਲਈ, ਉਹ ਤੁਹਾਡਾ ਯੋਗਦਾਨ ਬਹੁਤ ਵੱਡੀ ਪੱਧਰ ਤੇ ਜਾਊਗਾ। ਆਪਾਂ ਸਿਆਸਤ ਕਰਨ ਵਾਸਤੇ ਬਹੁਤ ਸਮਾਂ ਪਿਆ ਹੈ। ਅਜੇ 2022 ਦੇ ਵਿੱਚ ਜਿਹੜੀਆਂ ਚੋਣਾਂ ਨੇ ਪੰਜਾਬ ਦੇ ਵਿੱਚ ਆਉਣੀਆਂ ਨੇ, ਉਦੋਂ ਪਹਿਲਾਂ ਸਾਡੇ ਕੋਲ ਬਹੁਤ ਸਮਾਂ ਹੋਏਗਾ। ਆਪਾਂ ਸਿਆਸਤ ਵਾਲੇ ਪਾਸੇ ਨੂੰ ਜਾ ਜਾਈਏ। ਜਿਹੜਾ ਵੀ ਬੰਦਾ ਇਸ ਵੱਡੇ ਮਤਲਬ ਮਹਾਮਾਰੀ ਦੇ ਵਿੱਚ
ਕੋਈ ਨਿੱਕਾ ਮੋਟਾ ਵੀ ਯੋਗਦਾਨ ਪਾ ਸਕਦਾ ਉਸ ਦਾ ਵੀ ਯੋਗਦਾਨ ਮੰਨਿਆ ਜਾਊਗਾ ਤੇ ਸਾਨੂੰ ਪਾਉਣਾ ਚਾਹੀਦਾ ਜੇ ਸਾਡੇ ਕੋਲੇ ਹੈ। ਤੇ ਉਹ ਲੋਕਾਂ ਨੂੰ ਵੀ ਥੋੜਾ ਜਿਹੀ ਗੁਰੇਜ਼ ਕਰਨੀ ਚਾਹੀਦੀ ਹੈ ਜਿਹੜੇ ਸਰਦੇ ਪੁੱਜਦੇ ਨੇ, ਜਿਨ੍ਹਾਂ ਕੋਲੇ ਸਾਰਾ ਕੁਝ ਪਿਆ ਹੈਗਾ, ਉਹ ਵੀ ਲੋਕਾਂ ਤੋਂ ਰਾਸ਼ਨ ਦੀ ਮੰਗ ਕਰ ਰਹੇ ਨੇ, ਕਿਉਂਕਿ ਇੱਥੇ ਸਾਰੇ ਕਿਸਮ ਦੇ ਲੋਕ ਹੁੰਦੇ ਨੇ। ਬਹੁਤ ਸਾਰੀਆਂ ਚਰਚਾਵਾਂ ਇਹ ਵੀ ਚੱਲਦੀਆਂ ਨੇ ਕਿ ਅੱਜ ਤੁਸੀਂ ਸਾਰਾ ਕੁਝ ਓਪਨ ਕਰ ਦਿਓ, 1 ਮਹੀਨਾ ਕਿਸੇ ਨੇ ਦੁਕਾਨਾਂ ਤੇ ਰਾਸ਼ਨ ਲੈਣ ਨਹੀਂ ਜਾਣਾ। ਬਿਲਕੁਲ ਦੇਖੋ ਜਿੰਨਾ ਕਿ ਸਾਨੂੰ ਜ਼ਰੂਰਤ ਹੁੰਦੀ ਆ, ਆਮ ਤੌਰ ਤੇ ਬਹੁਤੇ ਘਰਾਂ ਦੇ ਵਿੱਚ ਆਪਾਂ ਮਹੀਨੇ ਦਾ ਸਮਾਨ ਮੰਗਾਉਂਦੇ ਆ ਜੀ। ਸੋ ਇਸ ਤਰ੍ਹਾਂ ਦੀ ਇਸ ਜਿਹੜੀ ਦੁੱਖ ਦੀ ਘੜੀ ਆ, ਸੰਕਟ ਦੀ ਘੜੀ ਆ, ਸਾਡੇ ਕਾਲਰ ਸਾਹਿਬ ਨੇ ਠੀਕ ਕਿਹਾ ਕਿ ਸਾਨੂੰ ਅਰਦਾਸਾਂ ਕਰਨੀਆਂ ਚਾਹੀਦੀਆਂ, ਅਰਦਾਸਾਂ ਵਿਸ਼ਵ ਪੱਧਰ ਤੇ ਬਿਲਕੁਲ ਸਰਬੱਤ ਦੇ ਭਲੇ ਦੀ ਢਿੱਲੋਂ ਸਾਹਿਬ ਜਿਹੜੀ ਉਹ ਮੰਗ ਕਰਨੀ ਚਾਹੀਦੀ ਹੈ। ਸਾਡਾ ਧਰਮ ਵੀ ਇਹੀ ਕਹਿੰਦਾ। ਸਾਡੇ ਨਾਲ ਕਾਲਰ ਜੁੜ ਗਏ ਨੇ, ਸਵਾਗਤ ਹੈ ਜੀ ਤੁਹਾਡਾ। ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ ਜੀ? ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ, ਮੈਂ ਕਲਾਰ ਬੋਲਦਾ ਜੀ, ਅੰਟਾਰੀਓ ਤੋਂ। ਵਾਹ ਜੀ ਕਲਾਰ ਸਾਹਿਬ, ਤੁਹਾਡੀ ਆਵਾਜ਼ ਪਛਾਣਦੇ ਆ ਜੀ। ਹਾਂਜੀ, ਢਿੱਲੋਂ ਭਾਜੀ, ਗੱਲ ਹੈਗੀ ਏਦਾਂ ਵੀ ਇੱਕ ਨਾ ਕਹਾਵਤ ਹੁੰਦੀ ਪੰਜਾਬੀ ਦੀ, ਚੋਰ ਮਚਾਏ ਸ਼ੋਰ। ਹਾਂਜੀ, ਕਰੋਨਾ ਨੇ ਤਾਂ ਜਿਹੜਾ ਸਾਨੂੰ ਮਤਲਬ ਵਕਤ ਪਾਇਆ ਹੋਇਆ ਹੀ ਆ। ਬਾਕੀ ਆ ਪੰਜਾਬ ਦੇ ਲੀਡਰਾਂ ਨੇ ਕਿੱਦਾਂ ਪਾਇਆ ਹੋਇਆ। ਸਿਮਰਤ ਦਾ ਕੋਈ ਹੋਰ ਬਿਆਨ ਆਈ ਜਾਂਦਾ, ਕੈਪਟਨ ਦਾ ਕੋਈ ਹੋਰ ਬਿਆਨ ਆਈ ਜਾਂਦਾ। ਇਹ ਜਦੋਂ ਵੀ ਕੋਈ ਗੱਲ ਹੁੰਦੀ ਨਾ, ਇਹ ਚੋਰ ਨੇ ਅਸਲ 'ਚ ਭਾਜੀ, ਚੋਰ ਮਚਾਏ ਸ਼ੋਰ। ਇਹ ਸ਼ੋਰ ਮਚਾ ਕੇ ਬਹਿ ਜਾਂਦੇ ਨੇ, ਵੋਟਾਂ ਪੈਣੀਆਂ ਹੋਣ ਤਾਂ ਰੌਲਾ ਪਾ ਕੇ ਬਹਿ ਜਾਂਦੇ ਨੇ। ਪੰਜਾਬ ਦੇ ਕੋਈ ਹਿੱਤ ਦੀ ਗੱਲ ਹੋਣੀ ਹੋਵੇ ਤਾਂ ਰੌਲਾ ਪੈ, ਆਪਸ ਵਿੱਚ ਹੀ ਲੜਨ ਲੱਗ ਪੈਂਦੇ ਨੇ, ਤਾਂ ਰੌਲਾ ਪਾ ਕੇ ਬਹਿ ਜਾਂਦੇ ਨੇ। ਜੇ ਸੈਂਟਰ ਨੇ ਕੁਝ ਦੇਣਾ ਆ ਤਾਂ ਰੌਲਾ ਪਾ ਕੇ ਬਹਿ ਜਾਂਦੇ ਨੇ। ਹਰ ਸਿਮਰਤ ਬਾਦਲ ਕਹੀ ਜਾਂਦੀ ਆ ਨੋਟਾਂ ਦੇ ਲੱਦੇ ਟਰੱਕ ਆ ਗਏ, ਕੈਪਟਨ ਕਹਿੰਦਾ ਚੁੰਗੀ ਵਾਲਿਆਂ ਨੇ ਰਾਹ 'ਚ ਰੋਕ ਲਏ। ਇਹ ਆਪਸ ਵਿੱਚ ਹੀ ਕੀ ਕੁਛ ਕਰੀ ਜਾਂਦੇ ਨੇ। ਫਿਰ ਤੁਸੀਂ ਇਹ ਦੇਖੋ ਮਾਰ ਕੇ ਨਿਗਾਹ ਕਿ ਕਿੱਡੇ ਵੱਡੇ ਸਿੰਗਰ ਨੇ ਸਾਡੇ ਪੰਜਾਬੀ ਦੇ, ਕਿੱਡੇ ਵੱਡੇ ਐਕਟਰ ਨੇ। ਕੋਈ ਅੱਗੇ ਆਇਆ? ਚਿੜੀਆਂ ਦੀ ਮਾਰ, ਗਵਾਰਾਂ ਦਾ ਹਾਸਾ। ਨੁਕਸਾਨ ਹੋ ਰਿਹਾ ਲੋਕਾਂ ਦਾ, ਮਰ ਰਹੇ ਨੇ ਲੋਕ। ਇਹ ਤਾਂ ਮਹਿਲਾਂ 'ਚ ਬੈਠੇ ਨਜ਼ਾਰੇ ਲੁੱਟ ਰਹੇ ਨੇ। ਇਹਨਾਂ ਨੂੰ ਮਾੜੀ ਮੋਟੀ ਸ਼ਰਮ ਕਰਨੀ ਚਾਹੀਦੀ ਆ ਭਾਜੀ। ਓਕੇ ਜੀ, ਓਕੇ ਵੀ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਸਿੰਗਰਾਂ ਦੀ ਗੱਲ ਕੀਤੀ, ਇੱਕਾ ਦੁੱਕਾ ਆਏ ਨੇ, ਮਾੜਾ ਮੋਟਾ ਜਿਹੜੇ ਆਪਣੇ ਤੌਰ ਤੇ ਕਰ ਰਹੇ ਨੇ, ਜਿੱਥੇ ਤੱਕ ਕਰ ਸਕਦੇ ਨੇ ਉੱਥੇ ਤੱਕ ਕਰ ਰਹੇ ਨੇ, ਹਰ ਕੋਈ ਸਹਿਯੋਗ ਦੇ ਰਿਹਾ। ਨਹੀਂ, ਪਰ ਜਿਹੜੀ ਕੁਲਾਰ ਸਾਹਿਬ ਦੀ ਗੱਲ ਨਾਲ ਮੈਂ ਸਹਿਮਤ ਹਾਂਗਾ ਕਿ ਉਹ ਲੋਕ ਜਿਨ੍ਹਾਂ ਨੇ ਹੁਣ ਤੱਕ ਇਸ ਦੇਸ਼ ਨੂੰ ਜਿਵੇਂ ਕਹਿ ਰਿਹਾ ਕਿ ਸਰਮਾਇਆ ਜਿਹੜਾ ਹੈਗਾ ਦੇਸ਼ ਦਾ ਸਿਰਫ 5-7% ਲੋਕਾਂ ਕੋਲ ਆ, ਉਹ ਲੋਕ ਉਸ ਵੱਡੀ ਪੱਧਰ ਤੇ ਨਹੀਂ ਆਏ ਜਿਨ੍ਹਾਂ ਨੂੰ ਆਉਣਾ ਚਾਹੀਦਾ ਸੀ। ਸਾਡੇ ਨਾਲ ਇੱਕ ਹੋਰ ਕਾਲਰ ਜੁੜ ਇਹ ਜਿਹੜੇ ਸਿੰਗਰਾਂ ਦੀ ਗੱਲ ਕੀਤੀ ਆ, ਸਿੰਗਰਾਂ ਦੇ ਇਕੱਲੇ ਸਿੰਗਰ ਨਹੀਂ ਯਾਰ, ਇਸ ਦੇ ਵਿੱਚ ਤਾਂ ਹਰ ਵਿਅਕਤੀ ਨੂੰ ਆਉਣਾ ਚਾਹੀਦਾ, ਆਪਣਾ ਫਰਜ਼ ਸਮਝ ਕੇ ਅਦਾ ਕਰਨ। ਸਾਡਾ ਤਾਂ ਕੰਮ ਹੀ ਇਹ ਹੈ, ਗੁਰੂ ਨੇ ਸਿਖਾਇਆ ਹੀ ਇਹ ਹੈ ਕਿ ਦਸਬੰਧ ਸਾਨੂੰ ਕੱਢਣਾ ਚਾਹੀਦਾ। ਜੀ, ਸਾਡੇ ਨਾਲ ਕਾਲਰ ਜੁੜ ਗਏ ਨੇ, ਸਵਾਗਤ ਹੈ ਜੀ ਤੁਹਾਡਾ। ਕੀ ਨਾਮ ਹੈ, ਕਿੱਥੋਂ ਬੋਲ ਰਹੇ ਜੀ? ਹੈਲੋ, ਸਤਿ ਸ੍ਰੀ ਅਕਾਲ ਜੀ, ਪਿਆਰਾ ਸਿੰਘ ਅਮਰੀਕਾ ਤੋਂ ਬੋਲ ਰਹੇ ਜੀ। ਜੀ ਪਿਆਰਾ ਸਿੰਘ ਜੀ, ਸਵਾਗਤ ਹੈ। ਸਰ ਸਾਹਿਬ, ਵਧੀਆ ਮੁੱਦਾ ਲੈ ਕੇ ਆਏ ਆ। ਪਰ ਆਪਾਂ ਸਭ ਵਿੱਚ ਵੱਧ ਜਾਣਦੇ ਵੀ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਵਿੱਚ ਪੂਰੇ ਪੈਰ ਤੇ ਸਿਆਸਤ ਹੋ ਰਹੀ ਹੈ। ਚਾਚਾ ਕੁਝ ਹੋਰ ਕਹਿ ਰਿਹਾ, ਭਤੀਜੀ ਕੁਝ ਹੋਰ ਕਹਿ ਰਹੀ ਆ। ਫਰਜ਼ ਤਾਂ ਇਹਨਾਂ ਦੇ ਬਣਦਾ ਕਿ ਦੋਵੇਂ ਰਲ ਕੇ ਸੈਂਟਰ ਕੋਲ ਵੱਧ ਤੋਂ ਵੱਧ ਪੰਜਾਬ ਨੂੰ ਪੈਸਾ ਲੈ ਕੇ ਦੇਣ ਤੇ ਇਹਨਾਂ ਦੀ ਮਦਦ ਹੋ ਚੁੱਕੀ, ਕਿਉਂਕਿ ਹਰ ਪਾਸੇ ਨੁਕਸਾਨ ਹੀ ਸਮਾਨ ਹੋ ਰਿਹਾ। ਸਭ ਤੋਂ ਵੱਧ ਜ਼ਿਮੀਂਦਾਰ ਦਾ ਹੋ ਰਿਹਾ, ਮਜ਼ਦੂਰਾਂ ਦਾ ਹੋ ਰਿਹਾ। ਬਾਕੀ ਦੀ ਇਹੀ ਗੱਲ ਕਿ ਇਹਨਾਂ ਨੂੰ ਘੱਟੋ ਘੱਟ ਆਪ ਸੋਚੀ ਨਹੀਂ ਹੈਗੀ। ਇਹਨਾਂ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਦੀ ਟੀਮ ਤੋਂ ਜ਼ਰੂਰ ਸਿੱਖ ਲੈਣਾ ਚਾਹੀਦਾ ਹੈਗਾ ਕਿ ਦੇਖੋ ਕਿੱਦਾਂ ਕੰਮ ਕਰ ਰਹੇ ਆ। ਹਾਲਾਂਕਿ ਅਸੀਂ ਕਹਿੰਦੇ ਵੀ ਧਰਮ ਦਾ ਸਾਰਾ ਠੇਕਾ ਪੰਜਾਬ ਦੇ ਕੋਲ ਹੀ ਆ, ਪਰ ਦੇਖੋ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਉਹ ਪ੍ਰਧਾਨ ਮੰਤਰੀ ਜਾਂ ਉਹਦੀ ਟੀਮ ਕਿੱਦਾਂ ਹਰ ਬੰਦੇ ਬਾਰੇ ਸੋਚ ਰਹੀ ਹੈ, ਛੋਟੇ ਤੋਂ ਵੱਡੇ ਤੋਂ ਹਰ ਇੱਕ ਦਾ ਸੋਚ ਰਹੀ ਆ। ਇਹਨਾਂ ਸਾਰਿਆਂ ਨੂੰ ਲੀਡਰ ਨੂੰ ਸਿੱਖਿਆ ਦਿਓ, ਉਹਨਾਂ ਤੋਂ ਸਿੱਖਣਾ। ਧੰਨਵਾਦ ਜੀ। ਸ਼ੁਕਰੀਆ। ਕੈਨੇਡਾ ਤੇ ਪੰਜਾਬ ਦੇਸ਼ ਦੀ ਸਿਆਸਤ 'ਚ ਬਹੁਤ ਫਰਕ ਹੈ ਢਿੱਲੋਂ ਸਾਹਿਬ। ਆਪੋ ਆਪਣੇ ਹਾਲਾਤ ਹੁੰਦੇ ਨੇ। ਜੇ ਕੋਈ ਕਵੇ ਕਿ ਕੇਜਰੀਵਾਲ ਵਰਗੀਆਂ ਸਾਰੀਆਂ ਗੱਲਾਂ ਪੰਜਾਬ 'ਚ ਹੋ ਜਾਣ, ਏਦਾਂ ਨਹੀਂ ਹੋ ਸਕਦਾ। ਸੁਖਵਿੰਦਰ, ਮਤਲਬ ਕੈਨੇਡਾ ਤਾਂ ਦੂਰ ਦੀ ਗੱਲ ਆ, ਤੁਸੀਂ ਕੇਜਰੀਵਾਲ ਦੀ ਗੱਲ ਕਰਦੇ, ਕੁਝ ਕਦਮ ਕੇਜਰੀਵਾਲ ਹੋਰਾਂ ਨੇ ਚੱਕੇ ਨੇ। ਬਿਲਕੁਲ, ਮੈਂ ਦੁਬਾਰਾ ਕਹਾਂ, ਉਹਨਾਂ ਨੇ ਪਲਾਜ਼ਮਾ ਥੈਰੇਪੀ ਦੇ ਨਾਲ 4 ਬੰਦਿਆਂ ਤੇ ਕੀਤਾ ਤੇ ਚਾਰੇ ਦੇ ਚਾਰੇ ਬੰਦੇ ਠੀਕ ਹੋ ਗਏ ਨੇ। ਇਹਦਾ ਮਤਲਬ ਉਹਨਾਂ ਦਾ ਰਿਜ਼ਲਟ 100/100% ਆਇਆ। ਬਿਲਕੁਲ, ਤਾਂ ਬਾਕੀਆਂ ਨੂੰ ਅਪਣਾ ਲੈਣਾ ਚਾਹੀਦਾ। ਜੇ ਸਾਡੇ ਲੀਡਰਾਂ ਨੇ ਇੰਨੀ ਕੁ ਅਕਲ ਸਿੱਖੀ ਹੁੰਦੀ ਤਾਂ ਇਹ ਮੁਲਕ ਜਿਹੜਾ ਅੱਜ 1 ਅਰਬ 35 ਕਰੋੜ ਤੇ ਪਹੁੰਚ ਗਿਆ। ਜਦੋਂ ਆਜ਼ਾਦ ਹੋਏ ਸੀ ਅਸੀਂ 33-34 ਕਰੋੜ ਸੀਗੇ, ਉਸ ਤੋਂ ਵੱਧ ਕੇ ਭਾਵ 1 ਅਰਬ ਮੁਲਕ ਉਸ ਤੋਂ ਬਾਅਦ ਪੈਦਾ ਕਰਤਾ। ਜੇ ਇੰਨਾ ਕਿ ਇਹਨਾਂ ਨੇ ਸੋਚਿਆ ਹੁੰਦਾ ਇੱਥੋਂ ਤੱਕ ਨਾ ਜਾਂਦਾ ਤਾਂ ਸਾਨੂੰ ਨਾ ਕੈਨੇਡਾ ਜਾਣ ਦੀ ਲੋੜ ਸੀ, ਨਾ ਅਮਰੀਕਾ ਜਾਣ ਦੀ। ਜਿਵੇਂ ਤੁਸੀਂ ਉਦੋਂ ਸੰਜੇ ਗਾਂਧੀ ਦੀ ਗੱਲ ਕਰਦੇ ਸੀ ਕਿ ਉਹਨੇ ਸੋਚਿਆ ਤਾਂ ਥੋੜਾ ਤਰੀਕਾ ਅਲੱਗ ਹੋ ਗਿਆ। ਤਰੀਕਾ ਗਲਤ ਹੋ ਸਕਦਾ, ਸੋਚ ਠੀਕ ਸੀ। ਸੋਚ ਠੀਕ ਸੀ, ਬਿਲਕੁਲ। ਮਤਲਬ ਜੇ ਉਹ ਸੋਚ ਅੱਜ ਲਾਗੂ ਰਹਿੰਦੀ ਤਾਂ ਮੈਂ ਸਮਝਦਾ ਕਿ ਅਸੀਂ 75-80 ਤੋਂ ਟੱਪਦੇ ਨਹੀਂ ਸੀਗੇ। ਇਹ ਜਿਹੜਾ ਚਲੋ ਅੱਜ ਦਾ ਇਹ ਵਿਸ਼ਾ ਨਹੀਂ, ਪਰ ਜੇ ਆਬਾਦੀ ਤੇ ਕੰਟਰੋਲ ਕੀਤਾ ਹੁੰਦਾ ਤਾਂ ਸਹੂਲਤਾਂ ਵੀ ਉਦੋਂ ਵੱਧ ਦਿੱਤੀਆਂ ਜਾਂਦੀਆਂ। ਅੱਜ ਜਿਹੜਾ ਸ਼ੁਕਰ ਕਰੋ ਰੱਬ ਦਾ ਮਨਾਓ ਕਿ ਆਪਣੇ ਐਡੀ ਆਬਾਦੀ ਹੋਣ ਦੇ ਬਾਵਜੂਦ, ਮੈਂ ਬਾਰ-ਬਾਰ ਕਹਿਣਾ ਹੁੰਦਾ ਕਿ ਅਸੀਂ ਪ੍ਰਧਾਨ ਮੰਤਰੀ ਸਾਹਿਬ ਦੀ ਵੀ ਨੁਕਤਾਚੀਨੀ ਕਰਦੇ ਹਾਂ, ਉਹਨਾਂ ਦੀਆਂ ਨੀਤੀਆਂ ਦੀ ਨੁਕਤਾਚੀਨੀ ਕਰਦੇ ਹਾਂ ਜਾਂ ਹੋਰ ਗੱਲਾਂ, ਪਰ ਇਹਦੇ ਵਿੱਚ ਜਿਹੜਾ ਲਾਕਡਾਊਨ ਸਮੇਂ ਸਿਰ ਕਰਕੇ ਉਹਨਾਂ ਨੇ ਚੰਗਾ ਕਦਮ ਉਠਾਇਆ। ਤਕਰੀਬਨ ਸਾਰੇ ਰਾਜ
ਇਸ ਕਰੋਨਾ ਮਹਾਮਾਰੀ ਦੇ ਵਿੱਚ ਉਹਨਾਂ ਦੇ ਨਾਲ ਨੇ, ਤਾਲਮੇਲ ਠੀਕ ਨੇ। ਦੇਖੋ ਥੋੜੇ ਬਹੁਤੇ ਜਿਹੜੇ ਸਿਆਸੀ ਮਤਭੇਦ ਉਹ ਤਾਂ ਰਹਿਣਗੇ, ਬਿਲਕੁਲ। ਜਿਵੇਂ ਸਾਡੇ ਭਾਈ ਸਾਹਿਬ ਨੇ ਗੱਲ ਕੀਤੀ, ਮੈਂ ਵਿਸਥਾਰ ਦੇ ਵਿੱਚ ਪਿਛਲੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਜਿਹੜੀ ਇਹ ਭਾਵੇਂ ਉਹਨਾਂ ਨੇ ਗੱਲ ਕੀਤੀ ਹੈ ਜਾਂ 3500 ਕਰੋੜ ਰੁਪਇਆ ਆਇਆ, ਉਹ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਲਾਈਨ 'ਚ ਮੈਂ ਦੱਸ ਦਿਆਂਗਾ। ਉਹਦੇ ਬਾਰੇ ਮਨਪ੍ਰੀਤ ਬਾਦਲ, ਕੈਪਟਨ ਅਮਰਿੰਦਰ ਸਿੰਘ, ਇਹਨਾਂ ਸਾਰਿਆਂ ਨੇ ਵਿਸਥਾਰ ਦੇ ਵਿੱਚ ਦੱਸਤਾ ਕਿ ਬੀਬਾ ਜੀ ਜੇ ਤੁਹਾਡੀ ਇੰਨੀ ਕੁ ਚੱਲਦੀ ਹੈ 4400 ਕਰੋੜ ਰੁਪਇਆ ਅਜੇ ਬਕਾਇਆ ਖੜਾ ਸਾਡਾ। ਬਿਲਕੁਲ ਬਿਲਕੁਲ, ਇੱਕ ਦੂਜੇ ਤੋਹਮਤਬਾਜ਼ੀ ਹੈ ਢਿੱਲੋਂ ਸਾਹਿਬ, ਪਰ ਜਿਹੜਾ ਜਵਾਬ ਸਹੀ ਤਰੀਕੇ ਦੇ ਨਾਲ ਜਿਵੇਂ ਲੋਕ ਲੈਣਾ ਚਾਹੁੰਦੇ ਨੇ ਉਵੇਂ ਨਹੀਂ ਦੇ ਰਹੇ। ਸਗੋਂ ਪੁਰਾਣੀ ਗੱਲ ਨਹੀਂ ਹੈਗੀ, ਹੁਣ ਸੋਸ਼ਲ ਮੀਡੀਆ ਤੇ ਹੋਰ ਤੇ ਬਹੁਤ ਹੋ ਗਿਆ ਕਿ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਸਕੋ। ਜੀ ਬਿਲਕੁਲ। ਇੱਥੇ ਸਾਡੇ ਕੋਲ ਬ੍ਰੇਕ ਦਾ ਸਮਾਂ ਹੋ ਗਿਆ, ਬ੍ਰੇਕ ਤੋਂ ਬਾਅਦ ਸਾਡੀ ਗੱਲਬਾਤ ਇਸੇ ਤਰ੍ਹਾਂ ਜਾਰੀ ਹੈ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ। ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਮੌਜੂਦ ਨੇ। ਢਿੱਲੋਂ ਸਾਹਿਬ, ਅਸੀਂ ਗੱਲਬਾਤ ਹੁਣ ਕਰਦੇ ਹਾਂ ਕਿ ਦੁਕਾਨਾਂ ਨੂੰ ਖੁੱਲ੍ਹਣ ਬਾਰੇ ਕੀ ਕੁਝ ਜਿਹੜੀਆਂ ਸ਼ਰਤਾਂ ਲਾਗੂ ਕੀਤੀਆਂ ਗਈਆਂ ਨੇ, ਪੰਜਾਬ 'ਚ ਕਿੱਦਾਂ ਦੇ ਹਾਲਾਤ ਹੋਣਗੇ, ਕੀ ਪੰਜਾਬ 'ਚ ਦੁਕਾਨਾਂ ਖੁੱਲ੍ਹ ਰਹੀਆਂ ਨੇ? ਇਸ ਤਰ੍ਹਾਂ ਸੁਖਵਿੰਦਰ, ਇੱਕ ਤਾਂ ਕੇਂਦਰ ਸਰਕਾਰ ਨੇ ਜਦੋਂ ਕੱਲ ਕੀਤਾ, ਪ੍ਰਧਾਨ ਮੰਤਰੀ ਸਾਹਿਬ ਨੇ ਪਰਸੋਂ ਕਾਫੀ ਬੰਦਿਆਂ ਨਾਲ ਗੱਲ ਕੀਤੀ ਹੈ। ਆਪਣੇ ਇੱਕ ਹਾੜਾ ਪਿੰਡ ਹੈ ਪਠਾਨਕੋਟ ਦੇ ਵਿੱਚ, ਉਹਨਾਂ ਦੀ ਜਿਹੜੀ ਸਰਪੰਚ ਹੈ ਪਲਵੀ ਠਾਕਰ ਜੀ, ਉਹਦੇ ਨਾਲ ਵੀ ਗੱਲ ਕੀਤੀ ਹੈ। ਉਹਨਾਂ ਨੇ ਜਦੋਂ ਬਹੁਤ ਸਾਰੀਆਂ ਗੱਲਾਂ ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਜਦੋਂ ਸਰਪੰਚ ਨੇ ਇਹ ਗੱਲ ਕਹੀ ਕਿ ਅਸੀਂ ਪਿੰਡ ਦੇ ਵਿੱਚ ਇਹ ਸਾਰੇ ਇਤਿਹਾਤ ਵਰਤੇ ਹੋਏ ਨੇ, ਲੋਕਾਂ ਨਾਲ ਦੂਰੀ ਵਾਲਾ ਵੀ ਹੈ। ਕੱਲ ਮੈਂ ਰਾਤ ਨਿਤਨ ਗਡਕਰੀ ਸਾਹਿਬ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਵੀ ਸਾਡੇ ਕੋਲੇ ਅਨਾਜ ਦੀ ਕੋਈ ਕਮੀ ਨਹੀਂ, ਬਿਲਕੁਲ ਸਾਡੇ ਕੋਲੇ ਨਹੀਂ। ਉਹ ਉਹਨਾਂ ਦੇ ਆਪ ਦੇ ਮੂੰਹੋਂ ਨਿਕਲ ਗਿਆ ਕਿ ਅਨਾਜ ਤਾਂ ਸਾਡੇ ਕੋਲੇ ਸੜ ਰਿਹਾ ਹੈ। ਫਿਰ ਜਿਹੜੇ ਬੰਦੇ ਭੁੱਖੇ ਮਰ ਰਹੇ ਨੇ ਤੁਸੀਂ ਉਹਨਾਂ ਨੂੰ ਦੇ ਦਿਓ, ਜੇ ਤੁਹਾਡੇ ਕੋਲ ਸੜ ਰਿਹਾ ਹੈਗਾ। ਭਾਰਤ ਦੀ ਜਿਹੜੀ ਅਨਾਜ ਸੰਭਾਲਣ ਨੀਤੀ ਹੈ ਇਹਦੇ 'ਚ ਬਹੁਤ ਵੱਡੀਆਂ ਊਣਤਾਈਆਂ ਨੇ। ਬਿਲਕੁਲ ਖੁੱਲੇ ਅਸਮਾਨਾਂ ਦੇ ਵਿੱਚ ਅਨਾਜ ਸੜ ਜਾਂਦਾ, ਦੂਜੇ ਪਾਸੇ ਭੁੱਖਮਰੀ ਦਾ ਸ਼ਿਕਾਰ ਹੋ ਕੇ ਕਿੰਨੇ ਲੱਖਾਂ ਲੋਕ ਮਰ ਰਹੇ ਨੇ। ਬਿਲਕੁਲ ਤੁਸੀਂ ਦੇਖੋ ਇਸ ਵੇਲੇ ਪਿੰਡਾਂ ਨੇ, ਸ਼ਹਿਰਾਂ ਨੇ, ਹਰ ਬੰਦੇ ਨੇ ਆਪਣਾ ਯੋਗਦਾਨ ਪਾਇਆ। ਅਸੀਂ ਇਸ ਵੇਲੇ ਕਿਸੇ ਤੇ ਸਿਆਸਤ ਨਹੀਂ ਕਰਦੇ, ਜਿਹਨੇ ਵੀ ਇਹਦੇ ਵਿੱਚ ਭੂਮਿਕਾ ਅਦਾ ਕੀਤੀ ਹੈ, ਪਰ ਇਹਦੇ ਬਾਵਜੂਦ ਕਈਆਂ ਨੇ ਇਹਦੀ ਆੜ ਦੇ ਵਿੱਚ ਜਿਹੜਾ ਧਵੱਚੜ ਪਾਇਆ, ਇੱਥੇ ਨਸ਼ਾ ਵਰਤਾਉਣ ਤੁਰ ਪਏ, ਬਾਹਰ ਤੁਰ ਪਏ, ਉਹ ਗਲਤ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਮੁਹੱਲਿਆਂ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਖੋਲ੍ਹ ਦਿੱਤਾ ਜਾਵੇਗਾ। ਮਾਲ ਅਜੇ ਪਿੰਡਾਂ ਵਗੈਰਾ ਦੇ ਵਿੱਚ ਨਹੀਂ ਖੋਲ੍ਹੇ ਜਾਣਗੇ। ਜਿਹੜੀਆਂ ਵੀ ਦੁਕਾਨਾਂ ਖੋਲ੍ਹੀਆਂ ਜਾਣਗੀਆਂ ਉੱਥੇ ਵਿੱਚ ਜਿਹੜਾ ਸਮਾਜਿਕ ਦੂਰੀ ਆ ਉਹਦਾ ਪੂਰਾ ਖਿਆਲ ਰੱਖਿਆ ਜਾਵੇ। ਅਸੀਂ ਸਮਾਜਿਕ ਦੂਰੀ ਰੱਖਣ ਵਾਲੇ ਪਾਸੇ ਸੁਖਵਿੰਦਰ ਤੁਰਦੇ ਨਹੀਂ। ਬਿਲਕੁਲ ਤੁਸੀਂ ਰੇਹੜੀ ਵਾਲਾ ਇੱਕ ਗਲੀ ਦੇ ਵਿੱਚ ਵੜ ਲਓ, 20 ਬੀਬੀਆਂ ਝੁਰਮਟ ਪਾ ਕੇ ਉਹਦੇ ਆਸੇ-ਪਾਸੇ ਖੜ ਜਾਂਦੀਆਂ ਨੇ। ਸਾਡਾ ਆਪਣਾ ਸਿਸਟਮ ਹੈ, ਸਾਨੂੰ ਚਾਹੀਦਾ ਇਹ ਹੈ ਕਿ ਇਹਦੇ ਵਿੱਚ ਅਸੀਂ ਆਪ ਦਾ ਜਿਹੜਾ ਫਰਜ਼ ਹੈ ਉਸ ਤੇ ਡਟ ਗਏ, ਉਹਨੂੰ ਅਦਾ ਕਰੀਏ। ਜਦੋਂ ਤੱਕ ਅਸੀਂ ਉਹ ਫਰਜ਼ ਅਦਾ ਨਹੀਂ ਕਰਾਂਗੇ ਉਦੋਂ ਤੱਕ ਇਸ ਤਰ੍ਹਾਂ ਦੇ ਵਰਤਾਰੇ ਵਾਪਰਦੇ ਰਹਿਣਗੇ। ਹੁਣ ਜਿਹੜੀ ਤੁਸੀਂ ਪੰਜਾਬ ਸਰਕਾਰ ਦੀ ਗੱਲ ਕੀਤੀ ਆ, ਪੰਜਾਬ ਨੇ ਇੱਕ 20 ਮੈਂਬਰੀ ਕਮੇਟੀ ਬਣਾਈ ਸੀ, ਸੀਨੀਅਰ ਅਧਿਕਾਰੀ ਨੇ ਮਿਸਟਰ KR ਲਖਨਪਾਲ, ਉਹਨਾਂ ਦੀ ਅਗਵਾਈ ਦੇ ਵਿੱਚ। ਉਹਨਾਂ ਨੇ ਜਿਹੜੀ ਰਿਪੋਰਟ ਹੈ ਆਪਣੀ ਉਹ ਪਰਸੋਂ ਸੌਂਪਣੀ ਹੈ। ਉਸ ਤੋਂ ਬਾਅਦ 30 ਤਰੀਕ ਨੂੰ ਮੰਤਰੀ ਮੰਡਲ ਦੀ ਮੀਟਿੰਗ ਰੱਖੀ ਹੋਈ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ। ਉਹ ਮੀਟਿੰਗ ਤੋਂ ਬਾਅਦ ਜਿਹੜਾ ਹੈਗਾ ਉਹ ਪਤਾ ਲੱਗੇਗਾ ਕਿ ਅਸੀਂ ਉਹ ਖੋਲ੍ਹਦੇ ਹਾਂ ਜਾਂ ਨਹੀਂ ਖੋਲ੍ਹਦੇ, ਜਾਂ ਕਿੰਨਾ ਸ਼ਰਤਾਂ ਦੇ ਆਧਾਰ ਤੇ ਉੱਤੇ ਖੋਲ੍ਹਣਾ। ਜਿਵੇਂ ਸਨਅਤਾਂ ਨੂੰ 12-12 ਘੰਟੇ ਚਲਾਉਣ ਦਾ ਹੁਕਮ ਦਿੱਤਾ ਗਿਆ ਵੀ 2 ਸ਼ਿਫਟਾਂ 'ਚ ਚਲਾ ਲਓ, ਉਹ ਇੱਕ ਚੰਗਾ ਕਦਮ ਚੱਲਿਆਗਾ ਕਿ ਤੁਸੀਂ ਗਿਣਤੀ ਅੱਧੀ ਕਰ ਲਓ ਪਰ ਸ਼ਿਫਟਾਂ 2 ਕਰ ਲਓ, 12-12 ਘੰਟਿਆਂ ਦੀਆਂ। ਅੱਧਿਆਂ ਨੂੰ ਤੁਸੀਂ ਪਹਿਲਾਂ ਬੁਲਾ ਲਓ, ਅੱਧਿਆਂ ਨੂੰ ਬਾਅਦ 'ਚ ਬੁਲਾ ਲਓ। ਜਿਹੜਾ ਡਿਸਟੈਂਸ ਹੈ ਨਾ ਸਮਾਜਿਕ ਦੂਰੀ ਦਾ, ਉਹਦਾ ਖਿਆਲ ਰੱਖਿਆ ਜਾਵੇ। ਜੇ ਅਸੀਂ ਨਾ ਸੰਭਲਾਂਗੇ, ਅਸੀਂ ਆਪਦੇ ਫਰਜ਼ ਨਾ ਅਦੇ ਕਰਾਂਗੇ ਤਾਂ ਬਹੁਤ ਵੱਡੀ ਗੱਲ ਹੋ ਜੂਗੀ। ਸਾਨੂੰ ਇਹ ਚਾਹੀਦਾ ਕਿ ਅਸੀਂ ਇਸ ਤਰ੍ਹਾਂ ਦਾ ਪਾਲਣ ਕਰੀਏ ਕਿ ਅਸੀਂ ਇੱਥੇ ਮਰੀਜ਼ਾਂ ਦੀ ਗਿਣਤੀ ਵਧਣ ਨਹੀਂ ਦੇਣੀ, ਇਹਨੂੰ ਘਟਾਉਣਾ ਹੈਗਾ। ਭਾਰਤ ਦੀ ਔਸਤਨ ਦਰ ਦੂਜਿਆਂ ਦੇ ਮੁਕਾਬਲੇ ਕਾਫੀ ਘੱਟ ਹੈ। ਇਹਦੇ ਲਈ ਰਾਜਾਂ ਦੀਆਂ ਸਰਕਾਰਾਂ ਤੇ ਦੇਸ਼ ਦੀ ਸਰਕਾਰ ਇਹ ਮਤਲਬ ਵਧਾਈ ਦੀ ਪਾਤਰ ਹੈ ਕਿ ਇਹਨਾਂ ਨੇ ਸਮੇਂ ਸਿਰ ਇਸ ਨੂੰ ਸਾਂਭ ਲਿਆ। ਜੇ ਅਮਰੀਕਾ ਵਾਂਗੂ ਕਿਤੇ ਸਥਿਤੀ ਸਾਡੇ ਇੱਥੇ ਪੈਦਾ ਹੁੰਦੀ, ਜਿੰਨੀ ਸਾਡੀ ਆਬਾਦੀ ਹੈ, ਅਨਪੜ੍ਹਤਾ ਹੈ, ਗੁਰਬਤ ਹੈ, ਤਾਂ ਸਾਨੂੰ ਸਾਂਭਣਾ ਬਹੁਤ ਮੁਸ਼ਕਲ ਹੋਣਾ ਸੀ। ਅਸੀਂ ਆਸ ਕਰੀਏ ਕਿ ਜਿੱਥੇ ਇਹ ਬਹੁਤ ਖੜੀ ਹੈ ਉੱਥੇ ਹੀ ਖੜ ਜੇ, ਇਸ ਤੋਂ ਅੱਗੇ ਨਾ ਜਾਵੇ। ਇਸ ਗੱਲ ਦੀ ਅਸੀਂ ਸੁੱਖ ਮੰਗਦੇ ਹਾਂ ਜੀ। ਸਾਡੇ ਨਾਲ ਕਾਲਰ ਜੁੜ ਗਏ ਨੇ, ਸਵਾਗਤ ਹੈ ਤੁਹਾਡਾ। ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਵੈਲ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਚਲੋ ਸਾਹਿਬ, ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਅਗਰ ਡਾਟਾ ਚੱਕ ਕੇ ਦੇਖੋ ਪਿਛਲੇ ਮਹੀਨੇ ਔਰ ਇਸ ਮਹੀਨੇ ਦੇ ਅੰਦਰ ਗਿਣਤੀ ਜਿਹੜੀ ਹੈ ਇਨਫੈਕਟਡ ਲੋਕਾਂ ਦੀ ਵੱਧ ਰਹੀ ਹੈ ਜੀ ਬਿਲਕੁਲ। ਔਰ ਇਸ ਕਰਕੇ ਲੋਕਡਾਊਨ ਕਰਨਾ ਪੈ ਗਿਆ। ਲੋਕਡਾਊਨ ਜਿਹੜਾ ਹੈਗਾ ਟੈਂਪਰੇਰੀ ਸੋਲੂਸ਼ਨ ਤੇ ਹੈਗਾ, ਲੇਕਿਨ ਪਰਮਾਨੈਂਟ ਸੋਲੂਸ਼ਨ ਨਹੀਂ ਜੇ ਹੈਗਾ। ਬਿਲਕੁਲ। ਅਗਰ ਲੋਕਡਾਊਨ ਤੇ ਤੁਸੀਂ ਜਿਹੜਾ ਟਾਈਮ ਬਾਏ ਕੀਤਾ ਹੈਗਾ ਉਸ ਦਾ ਪ੍ਰੋਪਰ ਯੂਟਿਲਾਈਜੇਸ਼ਨ ਨਹੀਂ ਕੀਤਾ, ਤੁਸੀਂ ਸਕੈਨਿੰਗ ਨਹੀਂ ਕੀਤੀ, ਲੋਕਾਂ ਦੀ ਜਾਂਚ ਨਹੀਂ ਕੀਤੀ ਜਾ ਕੇ, ਤੇ ਤੁਸੀਂ ਕਿਸ ਤਰ੍ਹਾਂ ਰੋਕ ਲਓਗੇ? ਕਿਉਂਕਿ ਇਹਦੀ ਤਾਂ ਸਿੰਪਟਮਸ ਜਿਹੜੇ ਨੇ ਕਈ ਦਿਨਾਂ ਮਗਰੋਂ ਆਉਂਦੇ ਨੇ ਤੇ ਅੱਗੇ ਤੋਂ ਅੱਗੇ ਹਿਊਮਨ ਟੂ ਹਿਊਮਨ ਸਪਰੈਡ ਹੁੰਦਾ ਜੀ। ਦੂਸਰੀ ਗੱਲ ਮੈਂ ਕਹਿਣਾ ਚਾਹਾਂਗਾ, ਤੁਸੀਂ ਇਹ ਵੇਖੋ ਵੀ ਇੱਥੇ ਤੁਸੀਂ ਦੱਸੋ ਪੰਜਾਬ 'ਚ ਕਿੰਨੀਆਂ ਕੁ ਲੈਬੋਰੇਟਰੀਆਂ ਨਵੀਆਂ ਬਣਾਈਆਂ ਗਈਆਂ ਨੇ ਜਿੱਥੇ ਕੋਵਿਡ-19 ਦੀ ਕਰੋਨਾ ਵਾਇਰਸ ਦੇ ਟੈਸਟਿੰਗ ਹੁੰਦੀ ਹੈ। ਕਿਆ ਉਹ ਟੈਸਟ ਫ੍ਰੀ ਨੇ? ਕਿੰਨੇ ਵੱਡੇ ਪੱਧਰ ਤੇ ਟੈਸਟ ਹੋ ਰਹੇ ਨੇ, ਜਰਾ ਇਹਦੇ ਉੱਤੇ ਚਰਚਾ ਕਰਕੇ ਦੱਸੋ ਮਾੜਾ ਜਿਹਾ ਜੀ। ਕਿਆ ਉਹ ਲੈਬੋਰੇਟਰੀਆਂ ਦੇ ਅੰਦਰ ਟੈਸਟ ਫ੍ਰੀ ਨੇ? ਅਗਰ ਉਹ 4-5 ਹਜ਼ਾਰ ਦਾ ਟੈਸਟ ਹੈਗਾ ਪਰ ਪਰਸਨ ਤੇ ਇੱਕ ਫੈਮਿਲੀ ਦੇ 5 ਬੰਦੇ ਹੋਣ, ਉਹ ਕਿੱਥੋਂ 20-25 ਹਜ਼ਾਰ ਖਰਚ ਕਰ ਲੈਣ? ਬਿਲਕੁਲ ਬਿਲਕੁਲ ਬਿਲਕੁਲ। ਟੈਸਟ ਕਿੱਥੋਂ ਕਰਾ ਲੈਣ? ਜੀ ਸ਼ੁਕਰੀਆ, ਧੰਨਵਾਦ। ਜਿਵੇਂ ਕਿ ਸਿਮਰਜੀਤ ਸਿੰਘ ਬੈਂਸ ਵੀ ਪਿਛਲੇ ਦਿਨੀ ਸਵਾਲ ਚੁੱਕ ਚੁੱਕੇ ਕਿ ਜਿਹੜਾ ਪ੍ਰਾਈਵੇਟ ਹਸਪਤਾਲ ਜਿਹੜੇ ਨੇ ਸਰਕਾਰ ਉੱਥੇ ਫੀਸ ਤੈਅ ਕਰਦੇ ਕਿ ਕਿੰਨੀ ਕੁ ਹੋਣੀ ਚਾਹੀਦੀ ਹੈ। ਜਿਹੜਾ ਲੁਧਿਆਣੇ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਕਿ 5 ਲੱਖ ਤੋਂ ਵੱਧ ਜਿਹੜਾ ਸੀਐਮਸੀ ਹਸਪਤਾਲ ਨੇ ਬਿੱਲ ਬਣਾਤਾ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਜੀ। ਅਸੀਂ ਲੋਕਾਂ ਨੇ ਜਿਹੜੀ ਬਰਵੈਸ ਸਾਹਿਬ ਨੇ ਗੱਲ ਕੀਤੀ ਹੈ ਕਿ ਟੈਸਟ ਨਹੀਂ ਹੋਣਗੇ, ਕੱਲ ਹੀ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਕਿ 1 ਲੱਖ ਟੈਸਟ ਵੀ ਜੇ ਰੋਜ਼ ਦੇ ਹੋਣ ਤਾਂ 37 ਸਾਲ ਲੱਗਣਗੇ ਇਹਨਾਂ ਦੇ ਟੈਸਟ ਹੀ ਕਰਨ ਵਾਸਤੇ। ਬਿਲਕੁਲ ਇਹ ਗੱਲ ਬਿਲਕੁਲ ਹੈ ਇੱਥੇ, ਕਿਉਂਕਿ ਇਸ ਪਾਸੇ ਵੱਲ ਅਸੀਂ ਧਿਆਨ ਨਹੀਂ ਦਿੱਤਾ। ਅਸੀਂ ਤਾਂ ਲੋਕਾਂ ਨੂੰ ਮੁਕਤਖੋਰੀ ਵਾਲੇ ਪਾਸੇ ਤੋਰਿਆ, ਆਹ ਦੇ ਦਿਓ ਜੀ ਆਟਾ ਦਾਲ। ਸਿਹਤ ਤੇ ਸਿੱਖਿਆ ਵਾਲੇ ਪਾਸੇ ਅਸੀਂ ਬਜਟ ਨੂੰ ਕੀਤਾ ਹੀ ਕਦੋਂ ਹੈਗਾ। ਬਿਲਕੁਲ, ਮਤਲਬ ਇਸੇ ਕਰਕੇ ਅਸੀਂ ਜਿਹੜਾ ਅੱਜ ਭੁਗਤ ਰਹੇ ਹਾਂ। ਜੇ ਅਸੀਂ ਇਹ ਸਿੱਖਿਆ ਤੇ ਸਿਹਤ ਵਾਲੇ ਪਾਸੇ ਲੋਕਾਂ ਨੂੰ ਤੋਰਿਆ ਹੁੰਦਾ, ਇੱਥੇ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਹੁੰਦੇ, ਤਾਂ ਨਾ ਤਾਂ ਕਿਸੇ ਨੂੰ ਵਿਦੇਸ਼ ਜਾਣਾ ਪੈਣਾ ਸੀ, ਇੱਥੇ ਸਾਰਾ ਕੁਝ ਹੈ। ਇਹ ਤੁਸੀਂ ਠੀਕ ਕਹਿ ਰਹੇ ਹੋ ਕਿ ਜੇ ਕੱਲ੍ਹ ਨੂੰ ਹੋ ਗਏ ਉਸ ਤਰ੍ਹਾਂ ਦੀਆਂ ਲੈਬੋਰਟਰੀਆਂ ਨਹੀਂ ਪੈਦਾ ਕੀਤੀਆਂ ਗਈਆਂ, ਪੰਜਾਬ ਦੇ ਵਿੱਚ ਆਪਾਂ ਕਿੰਨੀਆਂ ਕੁ ਪੈਦਾ ਕਰ ਸਕਦੇ ਹਾਂ? ਸਰਕਾਰ ਦਾ ਵੀ ਇੱਕ ਲਿਮਟ ਹੈਗਾ। ਇੱਥੇ ਬਹੁਤਾ ਬਜਟ ਤਾਂ ਸਾਡਾ ਤਨਖਾਹਾਂ ਦੇ ਵਿੱਚ ਹੀ ਤੁਰ ਜਾਂਦਾ ਹੈਗਾ। ਫਿਰ ਤਨਖਾਹਾਂ ਢਿੱਲੋਂ ਸਾਹਿਬ ਨਰਸਾਂ ਤੱਕ ਨਹੀਂ ਪਹੁੰਚ ਰਹੀਆਂ। ਜੇ ਆਪਾਂ ਦੂਜਾ ਪਾਸਾ ਦੇਖੀਏ ਤਾਂ ਉਹ ਵੀ ਕਹਿੰਦੇ ਨੇ ਕਿ ਸਾਡੇ ਤੱਕ ਕੁਝ ਨਹੀਂ ਪਹੁੰਚ ਰਿਹਾ। 2 ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ, ਇਹ ਗੱਲ ਨਰਸਾਂ ਕਹਿ ਰਹੀਆਂ ਨੇ। ਅੱਜ ਦੇ ਜ਼ਮਾਨੇ ਦੇ ਵਿੱਚ ਇਹ ਜਿਹੜੀਆਂ ਨਰਸਾਂ ਨੇ, ਜਦੋਂ ਕਰੋਨਾ ਜਿਹੜੀ ਇਹ ਵਾਇਰਸ ਵੱਡੀ ਪੱਧਰ ਤੇ ਫੈਲਿਆ, ਉਹ ਆਪਣੀਆਂ ਜਾਨ ਜੋਖਮ ਦੇ ਵਿੱਚ ਪਾ ਕੇ ਇੰਨਾ ਕੰਮ ਕਰ ਰਿਹਾ। ਸਾਡੇ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਨੇ, ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਤਨਖਾਹਾਂ ਰੁਕੀਆਂ ਕਿਉਂ ਹੋਈਆਂ ਨੇ। ਬਿਲਕੁਲ ਬਿਲਕੁਲ, ਉਹਨਾਂ ਨੂੰ ਇਹ ਗੱਲ ਮੰਗਣੀ। ਸਾਡੇ ਇੱਥੇ ਹਰ ਮਾਮਲੇ ਦੇ ਵਿੱਚ ਜਦੋਂ ਤੱਕ, ਜਿਵੇਂ ਕਹਿੰਦੇ ਆ ਪੁਰਾਣੇ ਜ਼ਮਾਨੇ ਦੇ ਵਿੱਚ ਕਿ ਬੱਚਾ ਰੋਂਦਾ ਨਹੀਂ ਉਦੋਂ ਤੱਕ ਮਾਂ ਦੁੱਧ ਨਹੀਂ ਦਿੰਦੀ। ਢਿੱਲੋਂ ਸਾਹਿਬ ਗੱਲ ਤਾਂ ਉਹੀ ਹੈ ਨਾ ਕਿ ਤੁਸੀਂ ਫੁੱਲਾਂ ਦੀ ਵਰਖਾ ਕਰ ਰਹੇ ਹੋ, ਤੁਸੀਂ ਉਹਨਾਂ ਦਾ ਸਨਮਾਨ ਕਰ ਰਹੇ ਹੋ, ਉਹ ਵੱਖਰਾ ਮੈਟਰ ਹੋ ਜਾਂਦਾ। ਗੱਲ ਤਾਂ ਜੇ ਤਨਖਾਹਾਂ ਨਹੀਂ ਮਿਲਣਗੀਆਂ ਤਾਂ ਘਰ ਦਾ ਗੁਜ਼ਾਰਾ ਕਿੱਦਾਂ ਚੱਲੇਗਾ, ਕਿੱਦਾਂ ਉਹਨਾਂ ਦਾ ਹੌਸਲਾ ਵਧੇਗਾ? ਇਦਾਂ ਇਹ ਨਹੀਂ ਨਾ ਕਿ ਵੀਡੀਓ ਕਾਲ ਲਾ ਲਈ ਅਗਲੇ ਦਾ ਹੌਸਲਾ ਵਧਾ ਦਿੱਤਾ। ਇਹਨਾਂ ਚੀਜ਼ਾਂ ਨਾਲ ਨਹੀਂ ਨਾ ਕੇਂਦਰ ਦੀ ਸਰਕਾਰ ਹੈ, ਭਾਵੇਂ ਰਾਜਾਂ ਦੀ ਸਰਕਾਰ ਹੈ, ਸਾਰੀਆਂ ਇਹ ਕਹਿ ਰਹੀਆਂ ਵੀ ਤਨਖਾਹਾਂ ਦੇ ਵਿੱਚ ਕਟੌਤੀ ਕਰੋ। ਮੈਂ ਸਮਝਦਾ ਕਿ ਜਿਨ੍ਹਾਂ ਲੋਕਾਂ ਨੂੰ ਤਨਖਾਹ ਮਿਲਦੀ ਹੀ ਸੀਮਤ ਹੈ, ਬਹੁਤ ਸਾਰੇ ਠੇਕਾ ਆਧਾਰਿਤ ਮੁਲਾਜ਼ਮ ਨੇ ਜਿਨ੍ਹਾਂ ਦੀ ਤਨਖਾਹ ਹੀ 8 ਤੋਂ 10 ਹਜ਼ਾਰ ਹੈ, ਉਹਨਾਂ ਦੀ ਤੁਸੀਂ ਕੀ ਕਟੌਤੀ ਕਰੋਗੇ? ਬਿਲਕੁਲ, ਮਤਲਬ ਮੇਰੇ ਕਹਿਣ ਦਾ ਮਤਲਬ ਇਹ ਹੈ, ਸਰਕਾਰਾਂ ਲੋਕ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਜਿਹੜੀ ਸਲਾਹਕਾਰਾਂ ਦੀ ਫੌਜ ਹੈ, ਇਹ ਹੈ ਨਾ ਸਰਕਾਰ ਆਪਣੇ ਖਰਚੇ ਘਟਾ ਲੇ, ਜਿਹੜੇ ਆਪਣੇ ਵਾਧੂ ਦੇ ਬੋਝ ਪਾਏ ਨੇ, ਵਾਧੂ ਦੇ ਸਲਾਹਕਾਰ ਭਰਤੀ ਘਟਾਉਣੇ। ਸਾਡੇ ਨਾਲ ਕਾਲਰ ਜੁੜ ਗਏ ਨੇ, ਸਾਡੀ ਗੱਲਬਾਤ ਇਸੇ ਤੇ ਜਾਰੀ ਹੈ ਜੀ। ਸਵਾਗਤ ਹੈ ਜੀ ਤੁਹਾਡਾ, ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ ਜੀ? ਹੈਲੋ ਹੈਲੋ ਜੀ, ਸਾਡੀ ਗੱਲਬਾਤ ਢਿੱਲੋਂ ਸਾਹਿਬ, ਸਰਕਾਰਾਂ ਨੂੰ ਅੰਮ੍ਰਿਤਸਰ ਹਸਪਤਾਲ ਦੀ ਵੀ ਗੱਲ ਕਰ ਲਈ, ਜੋ ਕਹਿੰਦੇ ਨੇ ਕਿ ਪੰਜਾਬ 'ਚ ਕਿੱਦਾਂ ਦੇ ਪ੍ਰਬੰਧ। ਸਰਕਾਰਾਂ ਨੂੰ ਜਿਹੜੇ ਖਰਚੇ ਆ ਉਹ ਘਟਾਉਣੇ ਚਾਹੀਦੇ ਆ। ਜਦੋਂ ਤੱਕ ਸਰਕਾਰਾਂ ਖਰਚੇ ਨਹੀਂ ਘਟਾਉਣਗੀਆਂ, ਕਦਮ ਚੱਕੇ ਵੀ ਨੇ। ਇੱਕ ਮੈਂ ਤੁਹਾਨੂੰ ਗੱਲ ਕਹਿ ਦਿਆਂ ਕਿ ਇਸ ਕਰੋਨਾ ਵਾਇਰਸ ਦੇ ਵਿੱਚ ਬਹੁਤ ਸਾਰੀਆਂ ਚੰਗੀਆਂ ਵੀ ਹੋਈਆਂ। ਕੁਦਰਤ ਜਦੋਂ ਤੁਸੀਂ ਛੇੜਛਾੜ ਕਰੋਗੇ, ਕੁਦਰਤ ਫਿਰ ਆਪਣਾ ਰੰਗ ਦਿਖਾਉਂਦੀ ਹੈ। ਇਹ ਮਨੁੱਖ, ਲਾਲਚੀ ਮਨੁੱਖ ਜਿਹੜਾ ਹੈਗਾ, ਆਪਣੀ ਗੱਲ ਨੂੰ ਨਹੀਂ ਸਮਝਦਾ। ਇਸ ਵੇਲੇ ਵਾਤਾਵਰਨ ਸਾਫ਼ ਹੋ ਗਿਆ। ਬਿਲਕੁਲ, ਪਹਿਲਾਂ ਮੈਨੂੰ ਇਹ ਦੱਸੋ ਵੀ ਜਿਹੜੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀ ਹਸਪਤਾਲਾਂ ਦੇ ਵਿੱਚ, ਐਡੀਆਂ ਲੰਬੀਆਂ ਬਾਰੀ ਨਹੀਂ ਆਉਂਦੀ ਸੀਗੀ, ਅੱਜ ਕੋਈ ਜਾਂਦਾ? ਘਰਾਂ ਦੇ ਵਿੱਚ ਲੋਕ ਡੱਕੇ ਹੋਏ ਨੇ, ਲੋਕ ਤੰਦਰੁਸਤ ਨੇ, ਦਵਾਈਆਂ ਘਟ ਗਈਆਂ। ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅਸੀਂ ਵਿਆਹਾਂ ਦੇ ਵਿੱਚ 15 ਸਮਾਗਮ ਕਰਦੇ ਸੀਗੇ, ਉਹਨਾਂ ਤੇ ਵੀ ਰੋਕ ਲੱਗੇਗੀ। ਲੋਕ ਦੁਬਾਰਾ ਪੁਰਾਣੇ ਵਾਲੇ ਪਾਸੇ ਨੂੰ ਜਾਣਗੇ ਕਿ ਚੰਗਾ ਕਦਮ ਹੈ। ਲੋਕਾਂ ਨੂੰ ਸਮਝ ਲੈਣਾ ਚਾਹੀਦਾ ਨਾ ਸਾਰੀ ਚੀਜ਼ਾਂ। ਕਾਲਰ ਜੁੜ ਗਏ ਨੇ ਸਾਡੇ ਨਾਲ, ਸਵਾਗਤ ਹੈ ਜੀ ਤੁਹਾਡਾ, ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ ਜੀ? ਹੈਲੋ ਵਾਹਿਗੁਰੂ ਜੀ। ਜੀ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਰਵਿੰਦਰ ਸਿੰਘ ਜੀ ਤੇ ਢਿੱਲੋਂ ਸਾਹਿਬ, ਆਪ ਜੀ ਨੂੰ ਤੇ ਸਰੋਤਿਆਂ ਨੂੰ ਬਹੁਤ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੁਲਦੀਪ ਜੀ,
ਹਾਂ ਬੇਨਤੀ ਹੈ ਜੀ, ਅਸੀਂ ਬਾਹਰਲੀ ਦੱਸਣੀ ਹੈ, ਕੰਪਰੋਮਾਈਜ਼ ਕਰਨਾ ਇਹਨਾਂ ਦਾ ਬਾਹਰਲੇ ਦਾਵੇ ਆਪਣੇ ਇੰਡੀਆ ਦਾ। ਅਸੀਂ ਵੈਨਕੂਵਰ ਤੋਂ ਬੋਲਦੇ ਹਾਂ ਜੀ। ਬੇਨਤੀ ਹੈ ਵੀ ਇੱਥੇ ਹਰੇਕ ਮਤਲਬ ਪ੍ਰਧਾਨ ਮੰਤਰੀ ਨੇ ਡੱਚ ਟੂਟੂ ਨੇ ਮਤਲਬ ਹਰੇਕ ਵਰਗ ਨੂੰ ਉੱਚ ਹੋਰ ਮਾਰ ਦਿੱਤੀ ਹੈ, ਹੋਰ ਮਤਲਬ ਹੈਲਪ ਕੀਤੀ ਹੈ ਜੀ ਬਿਲਕੁਲ, ਨਾ ਕਿ ਕਟੌਤੀ ਕੀਤੀ ਹੈ। ਤੇ ਇਹ ਮਤਲਬ ਇਹ ਦੂਜਿਆਂ ਦਾ ਦੇਸ਼ਾਂ ਤੋਂ ਹੀ ਸਿੱਖ ਲੈਣ, ਕੋਈ ਨਾ ਕੋਈ ਅਕਸਰ ਤਾਂ ਸਾਰਾ ਕੁਝ ਆਉਂਦਾ ਰਹਿੰਦਾ, ਕਿਹੜਾ ਸਾਨੂੰ ਇਕੱਲੇ ਨੂੰ ਪਤਾ ਇੱਧਰ ਵੀ ਸਾਰਾ ਕੁਝ ਆਉਂਦਾ ਰਹਿੰਦਾ, ਪਰ ਇੱਧਰ ਉਲਟਾ ਜੀ। ਇੱਧਰ ਸਾਰਿਆਂ ਨੇ ਵਜ਼ੀਰਾਂ ਨੇ ਪਾਏ ਆ, ਸਾਰਿਆਂ ਨੇ ਕੀਤਾ, ਬਾਕੀ ਟਰੂਡੋ ਨੇ ਮਤਲਬ 2-2 ਜਿਹੜੇ ਮਤਲਬ ਜਿਹਨਾਂ ਦੇ ਕੰਮ ਖੜੇ ਸੀ, ਜਿਹੜੇ ਘਰੇ ਬੈਠੇ ਆ, ਉਹਨਾਂ ਨੂੰ ਮਤਲਬ ਬੈਂਕਾਂ ਦੇ ਪੈਸੇ ਉਹਨਾਂ ਦੇ ਆ ਗਏ ਆ ਜੀ ਬਿਲਕੁਲ। ਅੱਜ ਮਤਲਬ ਹੁਣੇ ਮੈਨੂੰ ਦੱਸਿਆ ਮੁੰਡਿਆਂ ਨੇ ਵੀ ਬਾਪੂ ਜੀ ਤੇਰੇ ਵੀ ਥੋੜੇ ਜਿਹੇ ਪੈਸੇ ਆਏ ਆ ਬੈਂਕ ਦੇ, ਸਾਰੇ ਦਾ ਕੰਮ ਨਹੀਂ ਕਰਦਾ। ਧੰਨਵਾਦ ਜੀ, ਸ਼ੁਕਰੀਆ। ਸਾਡੇ ਨਾਲ ਇੱਕ ਹੋਰ ਕਾਲਰ ਜੁੜ ਗਏ ਨੇ, ਸਵਾਗਤ ਹੈ ਜੀ ਤੁਹਾਡਾ। ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸੋਨੂੰ ਬੋਲਦਾ ਜੀ, ਕਮਾਲੀ ਪਿੰਡ ਤੋਂ। ਜੀ ਹਾਂਜੀ ਸਰ ਜੀ, ਕੱਲ ਦੀ ਇੱਕ ਨਿਊਜ਼ ਆ ਰਹੀ ਹੈ WhatsApp ਤੇ ਜੀ, ਤੇ PGI ਵਾਲਿਆਂ ਨੇ, ਪ੍ਰਾਈਮ TV ਵਾਲਿਆਂ ਨੇ ਦੱਸਿਆ ਸੀ ਕਿ ਇਹਦੀ ਕੋਵਿਡ-19 ਦੀ ਜਿਹੜੀ ਮੈਡੀਸਨ ਆ ਗਈ ਤੇ 6 ਮਰੀਜ਼ਾਂ ਦਾ ਪ੍ਰੀਖਣ ਕੀਤਾ ਸੀ ਤੇ ਉਹ ਠੀਕ ਵੀ ਹੋ ਗਏ ਨੇ ਜੀ। ਢਿੱਲੋਂ ਸਾਹਿਬ ਕੋਈ ਹੈ ਇਸ ਬਾਰੇ ਖਬਰ? ਢਿੱਲੋਂ ਸਾਹਿਬ ਵੈਸੇ ਤਾਂ ਅਫਵਾਹਾਂ ਹੀ ਬਹੁਤੀਆਂ ਹੁੰਦੀਆਂ ਨੇ, ਅਜੇ ਹਾਲੇ ਤੱਕ ਕੋਈ ਵੈਕਸੀਨ ਦੀ ਕੋਈ ਚਰਚਾ ਇਸ ਦਾ ਜਿਹੜਾ ਯਤਨ ਹੋ ਰਹੇ ਨੇ, ਜਿਵੇਂ ਪਲਾਜ਼ਮਾ ਥੈਰੇਪੀ ਦਿੱਲੀ ਦੇ ਵਿੱਚ ਕੀਤੀ ਆ, ਉੱਥੇ ਠੀਕ ਹੋ ਗਿਆ। PGI ਵੀ ਲੱਗਿਆ ਵਾ, ਆਲ ਇੰਡੀਆ ਮੈਡੀਕਲ ਇੰਸਟੀਚਿਊਟ ਵੀ ਲੱਗਿਆ ਹੋਵੇਗਾ, ਸਾਰੇ ਰਲ ਕੇ ਲੱਗੇ ਹੋਏ ਨੇ। ਜਦੋਂ ਤੱਕ ਇਸ ਦਾ ਪ੍ਰਮਾਣਿਤ ਨਤੀਜਾ ਨਹੀਂ ਆਉਂਦਾ, ਜਿਹੜੇ PGI ਦੇ ਡਾਇਰੈਕਟਰ ਨੇ ਉਹ ਐਲਾਨ ਨਹੀਂ ਕਰਦੇ, ਉਦੋਂ ਤੱਕ ਅਸੀਂ ਕੋਈ ਐਲਾਨ ਨਹੀਂ ਕਰ ਸਕਦੇ। ਯਤਨ ਹੋ ਰਹੇ ਨੇ, ਬਿਲਕੁਲ ਯਤਨ ਹੋ ਰਹੇ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਆਪਾਂ ਜਿਹੜੀ ਗੱਲ ਕਾਲਰ ਸਾਹਿਬ ਨੇ ਕੀਤੀ ਹੈ ਕਿ ਸਾਡੇ ਨਾਲ ਇੱਕ ਹੋਰ ਕਾਲਰ ਜੋ ਸਰਕਾਰ ਨੇ ਉਹਨਾਂ ਦੇ ਕੈਨੇਡਾ ਦੀ ਨੇ ਪੈਸੇ ਪਾ ਦਿੱਤੇ ਨੇ, ਇੱਥੇ ਵੀ 500 ਰੁਪਇਆ ਜਨਧਨ ਖਾਤਿਆਂ ਦੇ ਵਿੱਚ ਪਾਇਆ ਤੇ ਉਹਦੇ ਲਾਈਨਾਂ ਦੇਖੋ ਕਿਸ ਤਰੀਕੇ ਨਾਲ ਲੱਗੀਆਂ ਵੀਆਂ ਨੇ। ਉਹਦਾ ਕੋਈ ਤਰੀਕਾ ਹੋਰ ਹੋ ਸਕਦਾ ਸੀਗਾ। ਮਤਲਬ ਜੇ ਤੁਸੀਂ 3 ਮਹੀਨੇ ਪਾਉਣੇ ਨੇ, 1500 ਰੁਪਇਆ ਇਕੱਠੇ ਹੀ ਪਾ ਦਿਓ, ਠੀਕ ਹੈ, ਵਾਰੀ ਪਾ ਦਿਓ। ਅੱਧੀਆਂ ਸਟੇਟਾਂ 'ਚ ਹੁਣ ਪਾ ਦਿਓ, ਅੱਧੀਆਂ 'ਚ ਬਾਅਦ 'ਚ ਪਾ ਦਿਓ। ਅਸੀਂ ਇਕੱਠ ਆਪ ਕਰਨ ਨੂੰ ਜਾਂਦੇ ਹਾਂ। 500 ਰੁਪਏ ਪਿੱਛੇ ਵੀ ਜਿਹੜੀਆਂ ਲਾਈਨਾਂ ਵੱਡੇ ਪੱਧਰ ਤੇ ਲੱਗੀਆਂ, ਇਹਦਾ ਕੋਈ ਯਤਨ ਹੋਰ ਕੀਤਾ ਜਾਵੇ। ਚੰਡੀਗੜ੍ਹ ਦੇ ਵਿੱਚ ਇੱਕ ਪ੍ਰਣਾਲੀ ਸ਼ੁਰੂ ਕੀਤੀ ਹੈ ਕਿ ਮਹੱਲਿਆਂ ਦੇ ਵਿੱਚ ਜਿਹੜਾ ਸੀਗਾ ਮੋਬਾਈਲ ATM 'ਚ ਆ ਰਹੇ ਨੇ, ਲੋਕਾਂ ਨੂੰ ਬੈਂਕ ਤੇ ਵੀ ਆਉਣ ਦੀ ਲੋੜ ਨਹੀਂ, ਉਹ ਮਹੱਲਿਆਂ ਦੇ ਵਿੱਚ ਵੀ ਪੈਸੇ ਆ ਜਿਹੜੇ ਆਪਦੇ ਖਾਤਿਆਂ 'ਚੋਂ ਕਢਾ ਰਹੇ ਨੇ। ਕੋਈ ਉਸ ਤਰ੍ਹਾਂ ਦੀ ਵਿਉਂਤਬੰਦੀ ਕਰਨੀ ਚਾਹੀਦੀ ਹੈ। ਅੱਜ ਵੀ ਸਾਡੇ ਦੇਸ਼ ਨੂੰ, ਸਾਡੀਆਂ ਸਰਕਾਰਾਂ ਨੂੰ ਸੰਭਲ ਜਾਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹਾ ਉਸ ਪਾਸੇ ਵੱਲ ਅਸੀਂ ਜਾਈਏ। ਸਾਡੇ ਨਾਲ ਕਾਲਰ ਜੁੜ ਗਏ ਨੇ, ਸਵਾਗਤ ਹੈ ਜੀ ਤੁਹਾਡਾ। ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਇੰਦਰਵੀਰ ਸਿੰਘ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਤੁਹਾਡੀ ਆਵਾਜ਼ ਆ ਰਹੀ ਸਾਡੇ ਤੱਕ। ਸਤਿ ਸ਼੍ਰੀ ਅਕਾਲ। ਇੱਕ ਤਾਂ ਸਰਦਾਰ ਸਾਹਿਬ ਇਹ ਹੈ ਕਿ ਨਵੇਂ ਸ਼ਹਿਰ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਸੀਗੀ ਕਿ ਮਤਲਬ ਉੱਥੇ ਕੋਈ ਹੁਣ ਮਰੀਜ਼ ਨਹੀਂ ਰਿਹਾ। ਉੱਥੇ ਵੀ ਮਾੜੀ ਖਬਰ ਹੈ ਕਿ ਪਿੰਡ ਬੂਥਗੜ੍ਹ ਤਹਿਸੀਲ ਬਲਾਚੌਰ ਦੇ ਵਿੱਚ ਇੱਕ 25 ਸਾਲਾ ਡਰਾਈਵਰ, ਉਹਨੂੰ ਵਿਚਾਰੇ ਨੂੰ ਬਿਮਾਰੀ ਹੋ ਗਈ। ਉਹ ਵਿਚਾਰਾ ਜੰਮੂ ਕਸ਼ਮੀਰ ਤੋਂ ਡਰਾਈਵਰ ਆਇਆ ਸੀਗਾ। ਦੂਜਾ ਪ੍ਰਾਂਤ ਹੈ ਵੀ ਜਿਹੜੀ ਮਹਾਂਮਾਰੀ ਰੋਕਣ ਦੀ ਖਾਤਰ ਨਾ ਵੀ ਮਤਲਬ ਇਹਨਾਂ ਨੂੰ ਸਿੱਖਿਆ ਦੋ ਜਿਹੜੇ ਸਾਡੇ ਗੱਡੀਆਂ ਤੇ ਬੈਠੇ ਆ ਕਿ ਮਤਲਬ ਕੋਈ ਵੀ ਆ ਜਿਹੜਾ ਸਫਾਈ ਉੱਪਰੋਂ ਸ਼ੁਰੂ ਹੁੰਦੀ ਨਾ ਕਿ ਥੱਲੇ ਹੁੰਦੀ ਆ, ਪਹਿਲਾਂ ਆਪਣੀਆਂ ਤਨਖਾਹਾਂ 'ਚ ਕਟੌਤੀਆਂ ਕਰਕੇ ਆਪਣੇ ਜਿਹੜੇ ਪੈਸੇ ਦੇਣ, ਨਾ ਕਿ ਤਨਖਾਹਾਂ ਲੇਬਰ ਦੀਆਂ, ਨਰਸਾਂ ਦੀਆਂ ਜਾਂ ਹੋਰ ਮੁਲਾਜ਼ਮ ਜਿਹੜੇ ਵਿਚਾਰੇ ਫਰੰਟ ਲਾਈਨ ਤੇ ਲੜ ਰਹੇ ਉਹਨਾਂ ਦੀ ਨਾ ਕੱਟਣ। ਇਸ ਕਰਕੇ ਜ਼ਰੂਰੀ ਇਹਨਾਂ ਨੂੰ ਪਹਿਲਾਂ ਸਿੱਖਿਆ ਦਿਓ, ਨਾ ਕਿ ਇੱਕ ਦੂਜੇ ਨੂੰ ਮਿਹਨਤ ਮਿਲਿਓ। ਧੰਨਵਾਦ ਜੀ। ਜੀ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਇੱਕ ਹੋਰ ਕਾਲਰ ਜੁੜ ਗਏ ਨੇ ਸਾਡੇ ਨਾਲ, ਸਵਾਗਤ ਹੈ ਜੀ ਤੁਹਾਡਾ। ਕੀ ਨਾਮ ਹੈ, ਕਿੱਥੋਂ ਬੋਲ ਰਹੇ ਜੀ? ਹੈਲੋ ਜੀ। ਜਿਹੜੀ ਗੱਲ ਇਹਨਾਂ ਨੇ ਕੀਤੀ ਆਪਾਂ ਉਹ ਗੱਲ ਕਰਨੀ ਸੀ ਵੀ ਬੂਥਗੜ੍ਹ ਦੇ ਵਿੱਚ ਇੱਕ ਨਵੇਂ ਸ਼ਹਿਰ ਦਾ ਇਲਾਕਾ ਹੈਗਾ, ਉੱਥੇ ਇੱਕ ਨਵਾਂ ਮਰੀਜ਼ ਆਇਆ, ਉਹ ਡਰਾਈਵਰ ਸੀ, ਜੰਮੂ ਕਸ਼ਮੀਰ ਤੋਂ ਆਇਆ। ਹੁਣ ਇਹ ਗੱਲ ਜਿਹੜੀ ਹੈ ਇਹ ਸਾਡੇ ਇਹ ਪੋਲ ਖੋਲਦੀ ਹੈ, ਜੇ ਜੰਮੂ ਕਸ਼ਮੀਰ ਤੋਂ ਉੱਥੇ ਆਇਆ ਉਹਦੀ ਬਾਰਡਰ ਦੇ ਉੱਤੇ ਜਾਂਚ ਕਿਉਂ ਨਾ ਕੀਤੀ? ਬਿਲਕੁਲ। ਜਦੋਂ ਕੰਬਾਈਨਾਂ ਵਾਲੇ ਆਏ ਨੇ, ਕੰਬਾਈਨਾਂ ਵਾਲਿਆਂ ਦੀ ਕੀ ਸਾਰਿਆਂ ਦੀ ਜਾਂਚ ਕਰਤੀ ਅਸੀਂ? ਇਹ ਦੂਜੇ ਰਾਜਾਂ ਦੇ ਵਿੱਚੋਂ ਆਏ ਹੈ। ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹੀ ਬਹੁਤ ਵੱਡੀ ਉਲੰਘਣਾ ਹੋਈ ਹੈ। ਮੈਂ ਕਹਿੰਦਾ ਵੀ ਜੇ ਮੰਨ ਲਓ ਚਾਈਨਾ ਦੇ ਵਿੱਚ ਸੀ, ਪਤਾ ਲੱਗ ਗਿਆ ਸੀਗਾ ਦਸੰਬਰ ਦੇ ਵਿੱਚ ਚਾਈਨਾ ਦੇ ਵਿੱਚ ਵੀ ਇਹ ਵਾਇਰਸ ਹੈ ਜਿਹੜਾ ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਜੈਵਿਕ, ਉਹ ਲੋਕਾਂ ਕਹਿੰਦੇ ਕੁਦਰਤੀ ਵਾਇਰਸ ਨਹੀਂ ਹੈਗਾ, ਇਹ ਵਿਸ਼ਾਣੂ ਜਿਹੜਾ ਹੈਗਾ ਪੈਦਾ ਕੀਤਾ ਗਿਆ ਹੈਗਾ, ਇਹ ਬੇਕਾਬੂ ਹੋਇਆ। ਜੇ ਚਾਈਨਾ ਨਾਲ ਵੀ ਉਦੋਂ ਲਿੰਕ ਤੋੜ ਦਿੱਤਾ ਜਾਂਦਾ ਤਾਂ ਬਾਕੀ ਥਾਂ ਤੇ ਪਸਾਰ ਨਹੀਂ ਹੋਣਾ ਸੀਗਾ। ਔਰ ਦੂਜਾ ਅਸੀਂ ਕਹਿੰਦੇ ਆ ਵੀ ਸਾਡੇ ਇਹ ਹਵਾਈ ਅੱਡਿਆਂ ਦੇ ਉੱਤੇ ਆ ਕੇ ਜਾਂਚ ਹੋਣੀ ਚਾਹੀਦੀ ਹੈ। ਜਿੱਥੋਂ ਬੰਦਾ ਚੜ੍ਹਦਾ ਉੱਥੋਂ ਜਾਂਚ ਕਿਉਂ ਨਾ ਹੋਵੇ? ਬਿਲਕੁਲ। ਜੇ ਉਹਦੇ ਵਿੱਚ 200-250 ਮਰੀਜ਼ ਸਵਾਰੀਆਂ ਬੈਠੀਆਂ ਨੇ, ਉਹ ਜੋ 10 ਵੀ ਪ੍ਰਭਾਵਿਤ ਕਰਤੀਆਂ, ਜੇ ਉੱਥੇ ਕੀਤਾ ਹੁੰਦਾ ਤਾਂ ਕੋਈ ਵੀ ਪ੍ਰਭਾਵਿਤ ਨਹੀਂ। ਚਲੋ ਸਭ ਇਦਾਂ ਹੀ ਜਿਹੜੇ ਹਜੂਰ ਸਾਹਿਬ ਤੋਂ ਆ ਰਹੇ ਨੇ ਉਹਨਾਂ ਦੀ ਵੀ ਗੱਲ ਕਰਦੇ ਨੇ। ਬਿਲਕੁਲ। ਉਹ ਜਿਹੜੇ ਹਜੂਰ ਸਾਹਿਬ ਤੋਂ ਆ ਰਹੇ ਆ, ਉਹ ਪਹਿਲੀਆਂ ਜਿਹੜੀ 10 ਬੱਸਾਂ ਦੀ ਚੱਲੀਆਂ ਨੇ ਉਹ ਮਹਾਰਾਸ਼ਟਰ ਸਰਕਾਰ ਨੇ ਭੇਜੀਆਂ ਨੇ।
ਇਹਦੇ ਵਿੱਚ ਵੀ ਸਿਆਸਤ ਹੋ ਰਹੀ ਹੈ। ਇਹ ਸਾਡੇ ਮਤਲਬ ਜਿਹੜੇ ਬੀਬਾ ਜੀ ਨੇ ਉਹ ਕਹਿੰਦੇ ਵੀ ਮੈਂ ਕਰਾਇਆ। ਹੁਣ ਅਸਲੀਅਤ ਇਹਦੇ ਵਿੱਚ ਇਹ ਹੈ ਕਿ ਮਹਾਰਾਸ਼ਟਰ ਤੇ ਪੰਜਾਬ ਸਰਕਾਰ ਦਾ ਆਪਸੀ ਤਾਲਮੇਲ ਹੋਇਆ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਉਧਮ ਠਾਕਰੇ ਨਾਲ ਗੱਲ ਕੀਤੀ ਹੈ। 1 ਮਹੀਨੇ ਤੋਂ ਫਸੇ ਹੋਏ ਨੇ ਤੇ ਜਾਂਚ ਢਿੱਲੋਂ ਸਾਹਿਬ ਉਹਨਾਂ ਦੇ ਵੀ ਹੋ ਗਏ, ਕਲੀਅਰ ਹੋ ਜਾਣਾ ਚਾਹੀਦਾ। ਇਹ ਨਾ ਹੋਵੇ ਕਿਤੇ ਪੰਜਾਬ ਦੇ ਵਿੱਚ ਕੋਈ ਨਵਾਂ ਸੰਕਟ ਖੜਾ ਹੋ ਜੇ ਇਸ ਨੂੰ ਲੈ ਕੇ। ਉਹਨਾਂ ਦੀ ਜਦੋਂ ਇੱਥੇ ਆਉਣ, ਮੈਂ ਜਿਹੜੀ ਪਹਿਲਾਂ ਲਿਆਉਣ ਤੇ ਗੱਲ ਕਰਦਾ, ਸਿਆਸਤ ਹੋਈ। ਉਹਨਾਂ ਨੇ ਉਧਮ ਠਾਕਰੇ ਨੇ ਕਿਹਾ ਕਿ ਰਸਤੇ ਦੇ ਵਿੱਚ 2 ਰਾਜ ਹੋ ਰਹੇ ਨੇ, ਤੁਸੀਂ ਕੇਂਦਰ ਸਰਕਾਰ ਨਾਲ ਗੱਲ ਕਰੋ। ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਗੱਲ ਕੀਤੀ, ਉਹਨਾਂ ਨੇ ਆਗਿਆ ਦਿੱਤੀ। ਪਹਿਲੀ ਜਿਹੜੀ ਖੇਪ ਹੈ 10 ਬੱਸਾਂ ਦੀ, ਉਹ ਮਹਾਰਾਸ਼ਟਰ ਸਰਕਾਰ ਦੀ ਆ ਰਹੀ ਹੈ। ਉਸ ਤੋਂ ਬਾਅਦ 80 ਦੇ ਕਰੀਬ ਬੱਸਾਂ ਪਤਾ ਲੱਗਿਆ ਵੀ ਬਠਿੰਡੇ ਤੋਂ ਗਈਆਂ ਨੇ, 32 ਆਪਣੇ ਸ਼ਹਿਰ ਤੋਂ ਰਵਾਨੀਆਂ ਹੋਈਆਂ ਨੇ, ਕਿਉਂਕਿ ਉਹਨਾਂ ਦਾ ਖਰਚਾ ਜ਼ਿਆਦਾ ਪੈਂਦਾ ਜੀ। ਇੱਥੇ ਬੱਸਾਂ ਖੜੀਆਂ ਨੇ, ਇਹ ਤੇਲ ਦੇ ਉੱਤੇ ਲੈ ਕੇ ਆ ਜਾਣਗੀਆਂ, ਮੁਲਾਜ਼ਮ ਇਹਨਾਂ ਦੇ ਨੇ, ਸਾਰਾ ਕੁਝ ਹੈ। ਮੈਨੂੰ ਲੱਗਦਾ ਕਿ ਜਿਹੜੀ 2 ਦਿਨਾਂ ਦੇ ਵਿੱਚ ਆ ਜਾਣਗੇ, ਪਰ ਉਹਨਾਂ ਨੂੰ ਇੱਥੇ ਲਿਆਉਣ ਤੋਂ ਪਹਿਲਾਂ ਉਹਨਾਂ ਨੂੰ ਜਾਂਚ ਔਰ ਉਹਨਾਂ ਨੂੰ ਕਾਂਤਵਾਸ ਰੱਖਣਾ ਚਾਹੀਦਾ ਹੈ। ਇਸ ਵੇਲੇ ਜਿਹੜੀ ਸਭ ਤੋਂ ਵੱਡੀ ਮਾਰ ਹੈ, ਇਹਦੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਸਿਆਸਤ ਨਹੀਂ ਕਰਨੀ। ਢਿੱਲੋਂ ਸਾਹਿਬ, ਦੂਜੀ ਗੱਲ ਆਪਾਂ ਨਾਲ ਕਿਸਾਨਾਂ ਦੀ ਵੀ ਜੋੜੀਏ ਕਿ ਬਾਦਲ ਸਾਹਿਬ ਹੋਰਾਂ ਨੇ ਕੱਲ ਜਿਹੜੀ ਆਪਣੇ ਜਿਹੜੇ ਅਕਾਲੀ ਆਗੂਆਂ ਦੇ ਨਾਲ ਗੱਲਬਾਤ ਕੀਤੀ, ਉੱਥੇ ਇਹ ਗੱਲ ਕੀ ਕਿ ਕੇਂਦਰ ਤੇ ਸੂਬਾ ਜਿਹੜਾ ਕਣਕ ਤੇ ਬੋਨਸ ਦੇ ਦੇਣ। ਇਹ ਇੱਕ ਪਾਸੇ ਤਾਂ ਕਹਿੰਦੇ ਨੇ ਕਿ ਅਸੀਂ ਕੇਂਦਰ ਆ ਕੁਝ ਭੇਜ ਰਿਹਾ, ਕੇਂਦਰ ਟਰੱਕਾਂ ਦੇ ਟਰੱਕ ਨੋਟ ਭੇਜ ਰਿਹਾ। ਕੈਪਟਨ ਸਾਹਿਬ ਤੇ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਨੇ ਇਹ ਕੁਝ ਕਰ ਦਿੱਤਾ, ਲੋਕਾਂ ਤੱਕ ਰਾਸ਼ਨ ਨਹੀਂ ਦਿੱਤਾ, ਲੋਕਾਂ ਤੱਕ ਜਿਹੜੇ ਫੰਡ ਨਹੀਂ ਪਹੁੰਚੇ ਪੂਰੇ ਤਰੀਕੇ ਨਾਲ। ਦੂਜੇ ਪਾਸੇ ਇਹ ਹੁਣ ਇਹ ਆਪ ਕਿਉਂ ਨਹੀਂ ਕਹਿੰਦੇ ਵੀ ਅਸੀਂ ਕੇਂਦਰ ਤੋਂ ਬੋਨਸ ਲੈ ਕੇ ਆਏ ਆ, ਲੋ ਜੀ ਕੈਪਟਨ ਸਰਕਾਰ ਮੈਂ ਉਹੀ ਕਹਿ ਰਿਹਾ ਨਾ, ਜਿਹੜਾ ਰੌਲਾ ਪਾਇਆ ਕਿ ਉਹ ਮਨਪ੍ਰੀਤ ਨੇ ਦੱਸਿਆ ਕਿ 2300 ਕਰੋੜ ਰੁਪਇਆ ਜਿਹੜਾ ਸਾਡੇ ਕੋਲੇ ਆਇਆ, ਉਹ ਸਾਡਾ 3 ਸਾਲ ਦਾ ਬਕਾਇਆ ਸੀ GST ਦਾ। ਬਿਲਕੁਲ, ਉਹ ਤੁਸੀਂ ਕੁਝ ਨਹੀਂ ਦਿੱਤਾ ਹੈਗਾ। ਇਹ ਚਿੱਠੀ ਜਿਹੜੀ ਹੈ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਲਿਖੀ ਸੀ। ਪੰਜਾਬ ਦੇ ਜਿਹੜੇ ਖੁਰਾਕ ਸਕੱਤਰ ਨੇ KPS ਸਿਨਹਾ, ਉਹਨਾਂ ਨੇ ਲਿਖੀ ਸੀ ਕੇਂਦਰੀ ਮੰਤਰਾਲੇ ਨੂੰ ਕਿ ਤੁਸੀਂ ਜਿਹੜਾ ਕਿਸਾਨ ਇਸ ਵੇਲੇ ਮੌਸਮ ਦੀ ਮਾਰ ਹੈ, ਕਿਸਾਨ ਤੇ ਸਭ ਤੋਂ ਵੱਧ ਦੂਜੀ ਮਾਰ ਪੈ ਰਹੀ ਹੈ। ਅੱਜ ਮਈ ਚੜ੍ਹਨ ਵਾਲਾ ਹੋ ਗਿਆ ਤੇ ਅਜੇ ਤੱਕ ਅੱਜ ਵੀ ਦੇਖੋ ਗੱਜ ਰਿਹਾ ਹੈਗਾ। ਵੱਡੇ ਕਿਸਾਨ ਤਾਂ ਸਾਂਭ ਲੈਣਗੇ, ਛੋਟੇ ਕਿਸਾਨ ਕਿੱਥੋਂ ਸਾਂਭਣਗੇ? ਵੀ ਜੇ ਕਿਸਾਨ ਆਪਦੇ ਘਰਾਂ ਦੇ ਵਿੱਚ ਕਣਕ ਰੱਖ ਲੇ, ਉਹ ਮਈ ਦੇ ਮਹੀਨੇ ਦੇ ਵਿੱਚ ਮੰਡੀ 'ਚ ਲੈ ਕੇ ਆਵੇ। ਉਹਦਾ ਕਾਰਨ ਸੀ ਕਿ ਸਾਰੇ ਜੇ ਇਕੱਠੇ ਆਉਣਗੇ ਤਾਂ ਇੱਕ ਤਾਂ ਜਿਹੜੀ ਸਮਾਜਿਕ ਦੂਰੀ ਹੈ ਉਹ ਖਤਮ ਹੋ ਜਾਏਗੀ, ਦੂਜੀ ਚੀਜ਼ ਹੈ ਕਿ ਇਕੱਠੀ ਵਿਕ ਨਹੀਂ ਸਕੇਗੀ। ਉਹਨਾਂ ਨੂੰ 100 ਰੁਪਇਆ ਬੋਨਸ ਦੇ ਦਿੱਤਾ ਜਾਵੇ, 1925 ਦੀ ਥਾਂ ਤੇ 2025 ਕਰ ਦਿਓ। ਜਿਹੜੇ ਬੰਦੇ 2 ਮਹੀਨੇ ਰੱਖ ਲੈਣ, ਭਾਵ ਜੂਨ 'ਚ ਲੈ ਕੇ ਆਉਣ ਜਾਂ ਉਸ ਤੋਂ ਬਾਅਦ ਲੈ ਕੇ ਆਉਣ, ਉਹਨਾਂ ਨੂੰ 200 ਰੁਪਇਆ ਜਿਹੜਾ ਹੈਗਾ ਉਹ। ਜਿੰਨਾ ਰੌਲਾ ਇਹ ਕੈਪਟਨ ਸਾਹਿਬ ਨੂੰ ਨਿੰਦਣ ਨੂੰ ਕਰਦੇ ਹੈ, ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੀ ਕੇਂਦਰ ਸਰਕਾਰਾਂ ਦੇ ਨਾਲ ਭਾਈਵਾਲੀ ਹੈ। ਅੱਜ ਇੱਕ ਅਖਬਾਰ ਨੇ ਇਹਨਾਂ ਬਾਰੇ ਵੱਡੀ ਪੱਧਰ ਤੇ ਲਿਖਿਆ ਹੋਇਆ ਕਿ ਅਕਾਲੀ ਬਣੇ ਕੇਂਦਰ ਦੀ ਸਰਕਾਰ ਦੇ ਵਕੀਲ। ਬਿਲਕੁਲ, ਭਾਵ ਕੰਮ ਨਹੀਂ ਹੈਗਾ। ਤੁਸੀਂ ਸਾਨੂੰ, ਮੈਂ ਤਾਂ ਇਹ ਕਹਿਣਾ ਕਿ ਇਸ ਤੇ ਤਾਂ ਸਿਆਸਤ ਹੋਣੀ ਨਹੀਂ ਚਾਹੀਦੀ, ਨਾ ਕਾਂਗਰਸੀਆਂ ਨੂੰ। ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ MP, ਤੇ ਸਾਰੇ ਐਮਪੀਆਂ ਨੂੰ ਇਕੱਠੇ ਵਿੱਚੇ ਬੀਬਾ ਜੀ ਜਾਣ, ਸੁਖਬੀਰ ਸਿੰਘ ਜਾਣ, ਤੇ ਜਿਹੜੇ ਕਾਂਗਰਸ ਦੇ MP ਨੇ ਉਹ ਸਾਰੇ ਇਕੱਠੇ ਤੌਰ ਤੇ ਜਾ ਕੇ ਪ੍ਰਧਾਨ ਮੰਤਰੀ ਨੂੰ ਕਹਿਣ ਕਿ ਸਾਨੂੰ ਇਹ ਬੋਨਸ ਦਿੱਤਾ ਜਾਵੇ। ਇਸ ਵੇਲੇ ਕੁੜੱਕੀ 'ਚ ਫਸਿਆ। ਜੇ ਫਸਲਾਂ ਮੰਡੀਆਂ 'ਚ ਆਈਆਂ ਨੇ, ਬਰਸਾਤਾਂ ਪੈ ਗਈਆਂ, ਜਿਹੜੀ ਨਵੀਂ ਆ ਉਹਦੀ 12%, ਉਸ ਤੋਂ ਵੱਧ ਜੇਗੀ। ਮਤਲਬ ਲੋਕ ਇਹ ਮੰਗ ਰਹੇ ਨੇ, ਮਤਲਬ ਕਿਸਾਨਾਂ ਚ ਹਾਹਾਕਾਰ ਮਚੀ ਹੋਈ ਹੈ, ਕਿਉਂਕਿ ਮੌਸਮ ਜਿਹੜਾ ਉਹ ਅੱਜ ਵੀ ਅਸੀਂ ਹੁਣ ਪ੍ਰੋਗਰਾਮ ਕਰ ਰਹੇ ਹਾਂ ਤੇ ਬਾਹਰ ਜਿਹੜਾ ਉਹ ਬੱਦਲ ਗਰਜ ਰਹੇ ਨੇ। ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੀ ਬਹੁਤ ਨੇ। ਸਾਡੇ ਨਾਲ ਕਾਲਰ ਜੁੜ ਗਏ ਨੇ, ਸਵਾਗਤ ਹੈ ਜੀ ਤੁਹਾਡਾ। ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ ਜੀ? ਹੈਲੋ ਹੈਲੋ ਢਿੱਲੋਂ ਸਾਹਿਬ, ਗੱਲਬਾਤ ਇਦਾਂ, ਇੱਥੇ ਨਾਲ ਮੈਂ ਇਹ ਵੀ ਜੋੜਦਾ ਕਿ ਇਹ ਆਪਣੀਆਂ ਰੈਲੀਆਂ ਤਾਂ ਜਿਹੜੀਆਂ ਵਾਟਰਪ੍ਰੂਫ ਪੰਡਾਲ ਲਾ ਕੇ ਕਰ ਲੈਂਦੇ ਨੇ, ਅੱਜ ਤੱਕ ਇਹਨਾਂ ਤੋਂ ਮੰਡੀਆਂ 'ਚ ਇਹੋ ਜਿਹੇ ਪ੍ਰਬੰਧ ਨਹੀਂ ਹੋਏ ਕਿ ਕਿਸਾਨਾਂ ਦੀ ਫਸਲ ਬਰਬਾਦ ਨਾ ਹੋਵੇ। ਮੈਂ ਤੁਹਾਨੂੰ ਉਹੀ ਗੱਲ ਕਰਦਾ ਹੈਗਾ, ਜੇ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਤੇ ਜਦੋਂ ਤੋਂ ਪੰਜਾਬ ਬਣਿਆ, ਉਦੋਂ ਤੋਂ ਲੈ ਕੇ ਜੇ ਅੱਜ ਤੱਕ ਜਿਹੜਾ ਇਹਨਾਂ ਨੇ ਗਲੀਆਂ ਨਾਲੀਆਂ ਤੇ ਖਰਚ ਕਰਤਾ, ਉਹਦੀ ਜਾਂਚ ਕਰਾ ਲਈ ਜਾਵੇ। ਬਿਲਕੁਲ, ਤਾਂ ਮੈਂ ਸਮਝਦਾ ਕਿ ਸਾਰੀਆਂ ਮੰਡੀਆਂ ਜਿਹੜੀਆਂ ਨੇਗੀਆਂ ਇਸ ਤੋਂ ਦੁੱਗਣੀ ਕਪੈਸਿਟੀ ਦੇ ਵਿੱਚ ਸ਼ੈੱਡਾਂ ਦੇ ਥੱਲੇ ਬਣ ਸਕਦੀਆਂ ਨੇ। ਬਿਲਕੁਲ, ਉਸ ਪਾਸੇ ਵੱਲ ਤਾਂ ਅਸੀਂ ਗਏ ਨਹੀਂ। ਇੱਕ ਸਰਕਾਰ ਕੁਝ ਸ਼ੁਰੂ ਕਰਦੀ ਹੈ, ਦੂਜੀ ਆ ਕੇ ਉਹਨੂੰ ਬੰਦ ਕਰ ਦਿੰਦੀ ਹੈ, ਦੂਜੀ ਫਿਰ ਆਪਦੀ ਵਿਉਂਤਬੰਦੀ ਸ਼ੁਰੂ ਕਰ ਦਿੰਦੀ ਹੈ। ਕਿਸਾਨ ਇਸ ਵੇਲੇ ਸਭ ਤੋਂ ਕਿਸਾਨ ਦੀ ਬਾਂਹ ਫੜਨੀ ਚਾਹੀਦੀ ਹੈ। ਜੇ ਇਹ ਲੋਕ ਇਹ ਕਹਿੰਦੇ ਨੇ ਕਿ ਅਸੀਂ ਕੇਂਦਰ ਦੇ ਵਿੱਚ ਭਾਈਵਾਲ ਆ, ਤਾਂ ਭਾਈਵਾਲਾਂ ਵਾਲੀ ਭੂਮਿਕਾ ਨਿਭਾਉਣ, ਪ੍ਰਧਾਨ ਮੰਤਰੀ ਨੂੰ ਜਾ ਕੇ ਕਹਿਣ, ਕਿਉਂਕਿ ਉੱਥੇ ਕਈ ਆਗੂ ਇਸ ਤਰ੍ਹਾਂ ਦੇ ਨੇ, ਉਹ ਇਹ ਕਹਿਣਗੇ ਉਹ ਜੀ ਸਾਰਿਆਂ ਵਾਸਤੇ ਕਰਨਾ, ਸਾਰਿਆਂ ਵਾਸਤੇ ਨਹੀਂ। ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਇਹ ਭਾਰਤ ਠੂਠਾ ਲੈ ਕੇ ਦੂਜੇ ਮੁਲਕਾਂ ਵੱਲ ਜਾਂਦਾ ਸੀ ਕਣਕ ਚੌਲ ਲੈਣ ਵਾਸਤੇ। ਸਾਡੇ ਨਾਲ ਕਾਲਰ ਜੁੜ ਗਏ ਨੇ ਜੀ। ਦੇਸ਼ ਨੇ ਇਸ ਨੂੰ ਆਤਮ ਨਿਰਭਰ ਬਣਾਤਾ, ਪੰਜਾਬ ਨੇ, ਤਾਂ ਪੰਜਾਬ ਦੇ ਕਿਸਾਨ ਨੂੰ ਇਹ ਬੋਨਸ ਜੇ 100-200 ਦੀ ਗੱਲ ਨਹੀਂ ਸੀ, 50 ਤੇ 100 ਹੀ ਕਰ ਦਿੰਦੇ। ਬਿਲਕੁਲ, ਸਾਡੇ ਨਾਲ ਕਾਲਰ ਜੁੜ ਗਏ ਨੇ, ਸਵਾਗਤ ਹੈ ਜੀ ਤੁਹਾਡਾ। ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ ਜੀ?
ਸਤਿ ਸ਼੍ਰੀ ਅਕਾਲ ਜੀ, ਗੁਰਿੰਦਰ ਸਿੰਘ ਬੋਲਦਾ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇਹੀ ਕਹਿਣਾ ਚਾਹੁੰਦਾ, ਸਮੱਸਿਆ ਤਾਂ ਬਹੁਤ ਵੱਡੀ ਹੈ, ਸਰਕਾਰ ਦੇ ਵੀ ਨਹੀਂ ਸਾਰੇ, ਇਹ ਤਾਂ ਇੱਕ ਆਲ ਵਰਲਡ ਚ ਮਹਾਮਾਰੀ ਸਮੱਸਿਆ। ਜਿਵੇਂ ਮੰਨ ਲਓ ਹੁਣ ਕਿਸਾਨਾਂ ਦੀ ਇਹ ਸਮੱਸਿਆ, ਮੈਂ ਵੀ ਇੱਕ ਕਿਸਾਨ ਆ ਜੀ, ਜਿਵੇਂ ਜਿਹਦੇ ਨਾਲ ਆਪਾਂ ਨੂੰ ਪਾਸ ਇਸ਼ੂ ਹੁੰਦਾ ਉਸ ਦਿਨ ਕੰਬਾਈਨ ਨਹੀਂ ਮਿਲਦੀ, ਕੰਬਾਈਨ ਦਾ ਅੱਗਾ ਪਿੱਛਾ ਹੋ ਜਾਂਦਾ। ਦਿੱਕਤ ਤਾਂ ਬਹੁਤ ਵੱਡੀ ਆ, ਪਰ ਜੇ ਆਪਾਂ ਸਰਕਾਰ ਨੂੰ ਬਲੇਮ ਕਰਾਂਗੇ ਇਸ ਨਾਲ ਨਜਿੱਠਣਾ ਪਊਗਾ ਔਖੇ ਸੌਖੇ। ਮੈਂ ਵੀ ਇੱਕ ਛੋਟਾ ਕਿਸਾਨ ਹਾਂ, ਪਰ ਕਿਸੇ ਦਾ ਕੋਈ ਕਸੂਰ ਨਹੀਂ, ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਸਰ। ਜੀ, ਸਾਡੇ ਨਾਲ ਇੱਕ ਹੋਰ ਕਾਲਰ ਜੁੜ ਗਏ ਨੇ, ਸਵਾਗਤ ਹੈ ਜੀ ਤੁਹਾਡਾ, ਕੀ ਨਾਮ ਹੈ, ਕਿੱਥੋਂ ਬੋਲ ਰਹੇ? ਹਾਂਜੀ, ਮੇਰਾ ਜੀ ਹਾਂਜੀ ਮੇਰਾ ਨਾਮ ਅਮਰੀਕ ਸਿੰਘ ਗਿੱਲ ਹੈ, ਮੈਂ ਵੈਨਕੂਵਰ ਤੋਂ ਬੋਲ ਰਿਹਾ। ਜੀ ਗਿੱਲ ਸਾਹਿਬ ਸਵਾਗਤ। ਵੀਰ ਜੀ, ਮੈਂ ਇਹ ਚਾਹਣਾ, ਮੈਨੂੰ ਇੱਥੇ 55 ਸਾਲ ਹੋ ਗਏ ਕੈਨੇਡਾ ਦੇ ਵਿੱਚ ਜੀ, ਤੇ ਮੈਂ ਇੰਡੀਆ ਦੇ ਵਿੱਚ ਮੇਰੇ ਕੋਲ ਪ੍ਰਮਾਤਮਾ ਵੱਲੋਂ ਠੀਕ ਹੈਗਾ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ, ਜਿੰਨਾ ਚਿਰ ਆਪਾਂ ਨਾ ਆਪਣੇ ਆਪ ਨੂੰ ਅੰਦਰ ਝਾਤੀ ਨਾ ਮਾਰਾਂਗੇ, ਜੇ ਮਾਰ ਲਈਏ ਤੇ ਚੰਗੀ ਗੱਲ ਆ। ਆਪਣੇ ਇੰਨਾ ਹੁਣ ਕਸ਼ਟ ਹੋ ਰਿਹਾ, ਜਿਹੜਾ ਕਿ ਅਸੀਂ ਟੀਵੀ ਤੇ ਦੇਖ ਰਹੇ ਹਾਂ, ਅਸੀਂ ਬਾਹਰਲੇ ਬੰਦੇ ਮਦਦ ਕਰਨਾ ਚਾਹਣੇ ਹਰ ਤਰ੍ਹਾਂ ਨਾਲ, ਬਿਲਕੁਲ, ਪਰ ਸਾਡੀ ਨਿੰਦਿਆ ਹੋ ਰਹੀ ਆ। ਸਾਡੀ ਇੰਨੀ ਨਿੰਦਿਆ ਹੋ ਰਹੀ ਆ ਕਿ ਪੰਜਾਬ ਦੇ ਵਿੱਚ ਲਾ ਲਓ, ਇੰਡੀਆ ਦੇ ਵਿੱਚ ਲਾ ਲਓ, ਅਸੀਂ ਹਜ਼ਾਰਾਂ ਲੱਖਾਂ ਕਰੋੜਾਂ ਰੁਪਏ ਅਸੀਂ ਭੇਜ ਦਿੱਤੇ ਆ, ਜਿੱਥੇ ਕਿ ਅਸੀਂ ਆਪਣੇ ਇੰਡੀਆ ਨੂੰ ਖੜਾ ਕਰ ਦਿੱਤਾ ਇੱਥੋਂ ਸੋਨਾ ਭੇਜ ਕੇ। ਜਿਸ ਵੇਲੇ ਮੋਹਨ ਸਿੰਘ ਸੀਗੇ ਭਾਜੀ, ਜੀ ਬਿਲਕੁਲ ਜੀ, ਜਿਸ ਵੇਲੇ ਮੋਹਨ ਸਿੰਘ ਸੀਗੇ ਜੀ, ਤੇ ਉਸ ਵੇਲੇ ਇਹ ਟੈਕਸ ਜਿਹੜਾ ਸੀਗਾ ਲੱਗਦਾ ਸੀ ਤੇ ਮੋਹਨ ਸਿੰਘ ਨੇ ਘਟਾਤਾ, ਜ਼ੀਰੋ ਕਰਤਾ। ਅਸੀਂ ਸੋਨਾ ਘਟਾ ਦੇ ਉੱਥੇ ਢੁੱਲ ਸਮਝ ਲਓ ਇੰਡੀਆ ਨੂੰ ਖੜਾ ਕਰਤਾ। ਜੀ ਬਿਲਕੁਲ, ਪਰ ਅੱਜ ਕੀ ਹੋ ਰਿਹਾ ਹੈਗਾ, ਸਾਡੇ ਭਰਾ ਹੀ ਦੁਖੀ ਹੋਏ ਪਏ ਆ, ਔਰ ਅਸੀਂ ਦੁਖੀ ਹੋਏ ਪਏ ਆ ਕਿ ਅਸੀਂ ਉਹਨਾਂ ਦੀ ਮਦਦ ਕਰੀਏ, ਕਿਉਂ ਕਰੀਏ? ਬਿਲਕੁਲ। ਤੇ ਤੁਸੀਂ ਇੱਕ ਕੰਮ ਕਰੋ, ਐਡਵਰਟਾਈਜ਼ ਜੋ ਵੀ ਕਰ ਰਹੇ ਹੋ ਬੜਾ ਸੋਹਣਾ ਹੈਗਾ, ਬਹੁਤ ਚੰਗੀ ਗੱਲ ਹੈਗੀ ਆ, ਪਰ ਮੈਂ ਤੁਹਾਨੂੰ ਇੱਕ ਗੱਲ ਆਖਾਂਗਾ ਜ਼ਰੂਰ ਜੀ ਕਿ ਕੋਈ ਐਸਾ ਸਾਧਨ ਲੱਭੋ ਜਿਹੜਾ ਕਿ ਅਸੀਂ ਅਟੈਚ ਹੋ ਕੇ ਤੁਹਾਡੀ ਮਦਦ ਕਰ ਸਕੀਏ। ਸਾਡੇ ਕੋਲ ਬਹੁਤ ਆਲੇ ਹੈਗੇ ਆ, ਮੈਂ ਇੱਥੇ ਇੰਜੀਨੀਅਰ ਹਾਂ, ਸਾਡੇ ਕੋਲ ਬਹੁਤ ਆਲੇ ਹੈਗੇ ਆ ਕਿ ਜਿਹਦੇ ਨਾਲ ਤੁਹਾਡੇ ਸਾਰੇ ਪੰਜਾਬ ਰੋਟੀ ਖਾ ਸਕਦਾ। ਜੀ ਬਿਲਕੁਲ 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 ਬਿਲਕੁਲ, ਸ਼ੁਕਰੀਆ ਜੀ। ਸਾਨੂੰ ਜਿਸ ਵੇਲੇ ਅਸੀਂ ਉਹ ਆਲੇ ਨੂੰ ਯੂਜ਼ ਕਰਦੇ ਹਾਂ, ਇੰਡੀਆ ਗਵਰਨਮੈਂਟ ਕੀ ਕਹਿੰਦੀ ਆ, ਸਾਨੂੰ ਦੱਸ ਜਾਓ ਤੇ ਤੁਸੀਂ ਲੈ ਕੇ ਨਾ ਕੁਝ ਵੀ ਜਾਓ। ਜੀ ਬਿਲਕੁਲ, ਸ਼ੁਕਰੀਆ ਜੀ। ਅਸੀਂ ਇਹਦੇ ਉੱਤੇ ਵੀ ਗੱਲਬਾਤ ਜਿਹੜੀ ਢਿੱਲੋਂ ਸਾਹਿਬ ਆਪਾਂ ਪਹਿਲਾਂ ਵੀ ਹਰ ਪ੍ਰੋਗਰਾਮ 'ਚ ਕਰਦੇ ਕਿ ਐਨਆਰਆਈ ਪੰਜਾਬੀਆਂ ਨੂੰ ਭੰਡਿਆ ਬਹੁਤ ਗਿਆ। ਸ਼ੁਰੂ ਦੇ ਵਿੱਚ ਜਦੋਂ ਪਥਲਾਵੇ ਵਾਲਾ ਕੇਸ ਆਇਆ, ਬਾਕੀ ਮੀਡੀਆ ਨੇ ਜਿਹੜਾ ਉਹ ਵੱਡੇ ਪੱਧਰ ਤੇ ਭੰਡਿਆ, ਪਰ ਹੁਣ ਜਿਹੜਾ ਲੋਕ ਇਹੀ ਸਵਾਲ ਚੁੱਕਦੇ ਨੇ ਕਿ ਹੁਣ ਕੌਣ ਆ ਗਿਆ, ਹੁਣ ਕੇਸ ਕਿੱਥੋਂ ਵੱਧ ਰਹੇ ਨੇ, ਉਹ ਮਸਲਾ ਤਾਂ ਖਤਮ ਹੋ ਗਿਆ ਸਾਰਾ। ਪਥਲਾਵੇ ਵਾਲਾ ਕੇਸ ਸੀਗਾ, ਅੱਜ ਉਸ ਤੋਂ ਸਬਕ ਲੈਣਾ ਚਾਹੀਦਾ ਹੈ। ਬਿਲਕੁਲ, ਆ ਜਿਹੜਾ ਬੂਥਗੜ੍ਹ ਦਾ ਬੰਦਾ ਨਵਾਂ ਆਇਆ, ਇਹਨੂੰ ਛੱਡ ਕੇ ਨਵਾਂ ਸ਼ਹਿਰ ਪੰਜਾਬ ਦਾ ਪਹਿਲਾ ਜ਼ਿਲ੍ਹਾ ਜਿਹਨਾਂ ਨੇ ਪਟਿਆਲੇ ਕੌਣ ਆ ਗਿਆ, ਪਟਿਆਲੇ ਤਾਂ ਨਹੀਂ ਪਥਲਾਵੇ ਵਾਲਾ ਬਾਬਾ ਆ ਗਿਆ, ਬਾਕੀ ਜ਼ਿਲ੍ਹਿਆਂ 'ਚ ਨਹੀਂ ਆ ਗਿਆ। ਗੱਲ ਉੱਥੇ ਆ ਗਈ ਨਾ ਕਿ ਕੁਝ ਸਾਡੇ ਫਰਜ਼ ਸੀ। ਹੁਣ ਥਾਂ ਦੇ ਉੱਤੇ ਦੇਖੋ, ਸਰਕਾਰਾਂ ਨੇ ਇਹ ਕਹਿਤਾ ਵੀ ਤੁਸੀਂ ਦੂਰੀ ਬਣਾ ਕੇ ਰੱਖੋ। ਜੇ ਅਸੀਂ ਦੂਰੀ ਨਹੀਂ ਬਣਾਉਂਦੇ ਤਾਂ ਬੱਚੜ ਪਾਉਂਦੇ ਤੁਰੇ ਫਿਰਦੇ ਆ ਸੜਕਾਂ ਦੇ ਉੱਤੇ, 4-4 ਮੋਟਰਸਾਈਕਲਾਂ ਤੇ ਚੜੇ, ਤੇ ਫਿਰ ਜੁੱਤੀ ਨਹੀਂ ਫਿਰੂਗੀ ਤਾਂ ਹੋਰ ਕੀ ਹੈ। ਉਹ ਲੋਕ ਅੱਗੇ ਨੂੰ, ਜੇ ਰਾਜਪੁਰੇ ਦੇ ਵਿੱਚ ਸਰਦਾਰ ਵੀਰ ਦਵਿੰਦਰ ਸਿੰਘ ਜਿਹੜੇ ਸਾਬਕਾ ਡਿਪਟੀ ਸਪੀਕਰ ਨੇ, ਉਹਨਾਂ ਨੇ ਮੰਗ ਕੀਤੀ ਆ ਕਿ ਜਿਹੜਾ ਇਹ ਦੋਸ਼ ਲੱਗਿਆ, ਜੇ ਮੈਂ ਸ਼ੁਰੂ 'ਚ ਹੀ ਕਿਹਾ ਸੀ ਕਿ ਉੱਥੇ ਹੁੱਕਾਬਾਰ ਤੇ ਜਿਹੜੇ ਸੱਟੇ ਬਾਰੇ ਹੈ, ਉਹ ਕੌਣ ਚਲਾਉਂਦਾ ਸੀ ਪੂਰੇ ਜ਼ਿਲ੍ਹੇ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ, ਕੌਣ ਨਸ਼ੇ ਦੀ ਸਰਪ੍ਰਸਤੀ ਕਰਤਾ। ਪਹਿਲਾਂ ਕਹਿੰਦੇ ਹੁੰਦੇ ਸੀ ਕਿ ਨਸ਼ਾ ਅਕਾਲੀ ਬੁਕਾਉਂਦੇ ਆ, ਹੁਣ ਤਾਂ 3 ਸਾਲ ਤੋਂ ਉੱਤੇ ਸਰਕਾਰ ਇਹਨਾਂ ਦਾ ਹੋ ਗਿਆ। ਹੁਣ ਵੀ ਜੇ ਵਿਕ ਰਿਹਾ ਤਾਂ ਕੌਣ ਵੇਚ ਰਹੇਗਾ? ਰੌਲਾ ਤਾਂ ਇਹੀ ਹੈ ਨਾ ਢਿੱਲੋਂ ਸਾਹਿਬ, ਜਿੱਥੇ ਤੱਕ ਜਾਂਚ ਜਾਣੀ ਚਾਹੀਦੀ ਹੈ ਉੱਥੇ ਤੱਕ ਜਾਂਦੀ ਨਹੀਂ। ਪਤਾ ਹੈ ਵੀ ਆਪਣੀਆਂ ਜੜ੍ਹਾਂ ਨੂੰ ਹੱਥ ਪੈਂਦੇ ਨੇ। ਵੱਡੀ ਗੱਲ ਇਹ ਹੈ ਸੁਖਵਿੰਦਰ, ਇੱਥੇ ਪੱਗਾਂ ਦੇ ਰੰਗ ਬਦਲਦੇ ਨੇ ਜਿਹੜੇ ਆ ਚੱਲ ਰਹੇ ਨੇ ਕੰਮ, ਨਜਾਇਜ਼ ਧੰਦੇ ਚੱਲ ਰਹੇ ਨੇ, ਭਾਵੇਂ ਰੇਤੇ ਬਜਰੀ ਦਾ, ਸ਼ਰਾਬ ਦਾ, ਨਜਾਇਜ਼ ਸ਼ਰਾਬ ਦਾ। ਇੱਕ ਪਾਸੇ ਜਦੋਂ ਸਵਾਲ ਢਿੱਲੋਂ ਸਾਹਿਬ ਸਕੂਲਾਂ ਦੇ ਉੱਠੇ ਸੀ ਵੀ ਪ੍ਰਾਈਵੇਟ ਸਕੂਲ ਫੀਸਾਂ ਕਿਉਂ ਮੰਗਦੇ ਨੇ, ਤੇ ਕਾਰਵਾਈ ਦੇ ਨਾਂ ਤੇ ਉੱਥੇ ਵੀ ਬੁੱਤਾ ਸਾਰਤਾ, ਛੁੱਟੀਆਂ ਪਹਿਲਾਂ ਹੀ ਕਰਤੀਆਂ। ਦੇ ਵਿੱਚ ਕੇਂਦਰ ਸਰਕਾਰ ਤੋਂ ਮੰਗਿਆ ਸੀ ਵੀ ਸ਼ਰਾਬ ਦਾ ਸਾਨੂੰ ਦੇ ਦਿਓ ਖੋਲ੍ਹਣ ਦਾ। ਦੇਖੋ, ਸ਼ਰਾਬ ਲੀਗਲਾਈਜ਼ ਤੌਰ ਤੇ ਸਾਰੇ ਰਾਜਾਂ 'ਚ ਵਰਤੀ ਜਾਂਦੀ ਹੈ, ਜਿਨ੍ਹਾਂ ਰਾਜਾਂ ਦੇ ਵਿੱਚ, ਗੁਜਰਾਤ ਵਰਗੇ ਦੇ ਵਿੱਚ, ਉੱਥੇ ਵੀ ਮਿਲ ਰਹੀ ਹੈ। ਜੇ 2 ਨੰਬਰ ਦਾ ਧੰਦਾ ਇਸੇ ਕਰਕੇ ਹੁੰਦਾ ਕਿ 1 ਨੰਬਰ ਦੇ ਧੰਦੇ ਨੂੰ ਸਹੀ ਰੂਪ ਦੇ ਵਿੱਚ ਤੁਸੀਂ ਨਹੀਂ ਕੀਤਾ। ਬਹੁਤ ਕਿਸੇ ਵੇਲੇ
ਕੈਪਟਨ ਅਮਰਿੰਦਰ ਸਿੰਘ ਇਸ ਹੱਕ ਦੇ ਵਿੱਚ ਸੀ ਕਿ ਜਿਹੜੀ ਅਫੀਮ ਤੇ ਉਹਦੀ ਖੇਤੀ ਆ ਭੁੱਕੀ ਦੀ ਉਹ ਹੋਣੀ ਚਾਹੀਦੀ ਆ। ਡਾਕਟਰ ਗਾਂਧੀ ਸਾਡੇ ਸਾਬਕਾ ਸੰਸਦ ਇਸ ਮਾਮਲੇ ਦੇ ਵਿੱਚ ਡਟ ਕੇ ਖੜੇ ਨੇ। ਇੱਕ ਮੈਂ ਗੱਲ ਕਹਿ ਦਿਆਂ ਕਿ ਜਿੱਥੇ ਇਹਦੇ ਸਾਰੇ ਦੇ ਉੱਤੇ ਅਸਰ ਪਿਆ ਹੈਗਾ ਉੱਥੇ ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰ ਤੇ ਵੀ ਪਿਆ। ਜਿੱਥੇ 60 ਕੁਇੰਟਲ ਆਟਾ ਰੋਜ਼ ਪੱਕਦਾ ਸੀ ਉਹ 5 ਕੁਇੰਟਲ ਤੇ ਆ ਗਿਆ। ਭਾਵ ਜੇ ਸੰਗਤ ਹੀ ਨਹੀਂ ਜਾਣੀ ਤਾਂ ਫਿਰ ਉਹ ਕਿੱਥੇ ਜਾਏਗਾ। ਇਹਦੇ ਤੋਂ ਦੂਜੀ ਇੰਡੀਕੇਸ਼ਨ ਵੀ ਹੈ ਕਿ ਜਿਹੜਾ ਚੜਾਵਾ ਉੱਥੇ ਸੀ ਆਮਦਨ ਸੀਗੀ ਗੁਰੂ ਘਰ ਦੀ ਉਹਦੇ ਤੇ ਵੀ ਅਸਰ ਪਿਆਏਗਾ। ਅਸੀਂ ਸੁੱਖ ਮੰਗੀਏ, ਰਲ ਕੇ ਸਾਰੇ ਜਣੇ ਇਸ ਮਹਾਮਾਰੀ ਦੇ ਵਿੱਚ ਆਪਣਾ ਯੋਗਦਾਨ ਪਾਈਏ। ਔਰ ਮੈਂ ਤੁਹਾਨੂੰ ਸਖਤੀ ਨਾਲ ਇਹ ਸ਼ਬਦ ਦੇ ਵਿੱਚ ਜ਼ਰੂਰ ਕਹਿਣਾ ਕਿ ਇੱਕ ਦੂਜੇ ਤੇ ਚਿੱਕੜ ਸੁੱਟਣ ਦੀ ਥਾਂ ਦੇ ਉੱਤੇ ਇਹ ਆਪਣੇ ਪੀੜੀ ਥੱਲੇ ਸੁੱਟਾ ਮਾਰ ਗਏ ਵੀ ਅਸੀਂ ਕਿੱਥੇ ਖੜੇ ਹਾਂ। ਠੀਕ ਹੈ, ਨੋਟਾਂ ਦੇ ਟਰੱਕ ਪੰਜਾਬ ਉਡੀਕ ਰਿਹਾ, ਪਤਾ ਨਹੀਂ ਉਹ ਕਿੱਥੇ ਖੜੇ ਨੇ ਜਾਂ ਕਸਟਮ ਵਾਲਿਆਂ ਨੇ ਘੇਰੇ ਨੇ। ਉਹ ਵਾਅਦੇ ਨਾ ਲੋਕਾਂ ਨਾਲ ਕਰੋ ਕਿ ਤੁਸੀਂ ਕੁੰਡੀਆਂ ਲਾ ਲਿਓ, ਤੁਸੀਂ ਦੂਜਾ ਕਰ ਲਿਓ। ਉਹ ਕੰਮ ਨਾ ਕਰੋ ਕਿ ਜਿਹੜਾ ਦਿੱਤੇ ਨਹੀਂ ਜਾ ਸਕਦੇ। ਸਾਡੇ ਸਿਆਸੀ ਲੋਕ ਚੋਣਾਂ ਤੋਂ ਪਹਿਲਾਂ ਚੋਣ ਮਨੋਰਥ ਪੱਤਰ ਦੇ ਵਿੱਚ ਜਿਵੇਂ ਇੱਕ ਆਸ਼ਕ ਮਸ਼ੂਕ ਨੂੰ ਚੰਦ ਤੋਂ ਤਾਰੇ ਤੋੜਨ ਦੀ ਗੱਲ ਕਰਦਾ ਨਾ, ਉਦਾਂ ਦੀਆਂ ਗੱਲਾਂ ਕਰਦੇ ਨੇ। ਨਾ ਕਰੋ। ਪੰਜਾਬ ਦੀ ਦੇਸ਼ ਦੀ ਵਿੱਤੀ ਸਥਿਤੀ ਦੇਖ ਕੇ ਆਪਦੇ ਵਾਅਦੇ ਲੋਕਾਂ ਨਾਲ ਕਰਿਆ ਕਰੋ ਜੋ ਤੁਸੀਂ ਪੂਰੇ ਕਰ ਸਕੋ। ਜੀ ਢਿੱਲੋਂ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸੋ ਲੋਕਾਂ ਨੂੰ ਇਹੀ ਅਪੀਲ ਹੈ, ਆਪਣੇ ਘਰਾਂ ਦੇ ਵਿੱਚ ਰਹੋ, ਸੇਫ ਰਹੋ, ਦੇਖੋ ਪਰਖੋ ਤੇ ਅਗਲੀ ਵਾਰੀ ਵੋਟਾਂ ਦੇ ਵਿੱਚ ਅਜਿਹੇ ਲੀਡਰਾਂ ਨੂੰ ਜਵਾਬ ਜ਼ਰੂਰ ਦਿਓ। ਧੰਨਵਾਦ।